ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਸੈਕੰਡ ਚੈਪਟਰ ਜੋ ਸੀ ਉਹ ਪੂਰਾ ਕਵਰ ਕਰ ਲਿਆ ਸੀ। ਸ਼ਾਰਟ ਕੁਐਸਚਨ ਆਨਸਰ, ਲੌਂਗ ਕੁਐਸਚਨ ਆਨਸਰ ਦੋਨੋਂ ਡਿਸਕਸ ਕਰ ਲਿਆ ਸੀਗਾ। ਇਸ ਵੀਡੀਓ ਦੇ ਵਿੱਚ ਆਪਾਂ ਉਸ ਤੋਂ ਅਗਲਾ ਚੈਪਟਰ ਪੜ੍ਹਨ ਜਾ ਰਹੇ ਹਾਂ, ਥਰਡ, ਜੋ ਕਿ ਹੈ ਐਗਰੀਕਲਚਰ ਡਿਵੈਲਪਮੈਂਟ। ਤੇ ਇੱਕ ਹੋਰ ਫਰੈਂਡਸ, ਉਸ ਵੀਡੀਓ ਦੇ ਵਿੱਚ ਮੈਂ 2 ਕੁਐਸਚਨ ਪੁੱਛੇ ਸੀਗੇ, ਉਹ 2 ਕੁਐਸਚਨ ਦਾ ਜਵਾਬ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਰਹੀ ਹਾਂ, ਤਾਂ ਜੋ ਤੁਹਾਨੂੰ ਉਸ ਜੋ ਤੁਸੀਂ ਕੁਐਸਚਨ ਦਾ ਆਨਸਰ ਸੋਚ ਰਹੇ ਹੋ ਤੁਸੀਂ ਮੈਚ ਕਰ ਲਿਓ ਵੀ ਤੁਸੀਂ ਸਹੀ ਜਵਾਬ ਦਿੱਤਾ ਕਿ ਨਹੀਂ ਜਵਾਬ ਦਿੱਤਾ। ਠੀਕ ਹੈ ਜੀ। ਤਾਂ ਫਰਸਟ ਕੁਐਸਚਨ ਕੀ ਸੀਗਾ ਕਿ ਭਾਰਤ ਦੇ ਵਿੱਚ ਸੈਂਟਰਲ ਬੈਂਕ ਕਿਹੜਾ ਹੈ? ਆਰਬੀਆਈ ਹੈ। ਠੀਕ ਹੈ ਜੀ। ਔਰ ਇਹਦੀ ਸਥਾਪਨਾ ਕਦੋਂ ਹੋਈ ਸੀਗੀ? 1935 ਦੇ ਵਿੱਚ। ਤੇ ਸੈਕੰਡ ਕੁਐਸਚਨ ਸੀਗਾ ਕਿ ਭਾਰਤ ਜਦੋਂ ਅਸੀਂ ਕਿਸੇ ਚੀਜ਼ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਡੈਸ਼ ਬਣ ਜਾਂਦੇ ਹਾਂ। ਤਾਂ ਕੀ ਬਣ ਜਾਂਦੇ ਆ? ਜਦੋਂ ਕੋਈ ਵੀ ਚੀਜ਼ ਹੈ, ਜੇ ਮੰਨ ਲਓ ਪੈਨ ਆ, ਪੈਨ ਦਾ ਜਦੋਂ ਤੁਸੀਂ ਉਪਭੋਗ ਕਰੋਗੇ ਤਾਂ ਤੁਸੀਂ ਕੀ ਬਣੋਗੇ? ਕੰਜ਼ਿਊਮਰ। ਠੀਕ ਹੈ ਜੀ। ਤਾਂ ਉਹਦਾ ਆਨਸਰ ਹੈ ਕੰਜ਼ਿਊਮਰ। ਠੀਕ ਹੈ ਜੀ। ਤਾਂ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਕੀ ਕਰਦੇ ਹਾਂ, ਥਰਡ ਚੈਪਟਰ ਡਿਸਕਸ ਕਰਦੇ ਹਾਂ। ਤਾਂ ਚਲੋ ਬਿਨਾਂ ਟਾਈਮ ਵੇਸਟ ਕੀਏ ਸਟਾਰਟ ਕਰਦੇ ਹਾਂ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਦਾ ਇੰਟਰੋਡਿਊਸ ਪੜਾਂਗੇ ਕਿ ਕੀ ਹੈ ਇਹਦੇ ਵਿੱਚ ਭੂਮਿਕਾ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜੋ ਭਾਰਤ ਦੇ ਵਿੱਚ ਕੀਤਾ ਜਾਂਦਾ ਸੀ, ਖੇਤੀ ਮੰਨੀ ਜਾਂਦੀ ਸੀ, ਕਿਉਂਕਿ ਉਸ ਸਮੇਂ ਇੰਡਸਟਰੀਜ਼ ਵਗੈਰਾ ਨਹੀਂ ਸੀਗੀਆਂ। ਉਸ ਸਮੇਂ ਖੇਤੀ 'ਤੇ ਹੀ ਜ਼ਿਆਦਾ ਲੋਕ ਡਿਪੈਂਡ ਰਹਿੰਦੇ ਸੀ। ਇਸ ਲਈ ਆਪਣਾ ਜੋ ਇੰਡੀਆ ਹੈ ਉਹ ਕਿਹੋ ਜਿਹਾ ਪ੍ਰਧਾਨ ਦੇਸ਼ ਹੈ? ਕਿਹੋ ਜਿਹਾ ਦੇਸ਼ ਹੈ? ਖੇਤੀ ਪ੍ਰਧਾਨ ਦੇਸ਼ ਹੈ। ਠੀਕ ਹੈ ਜੀ। ਕਿਉਂਕਿ ਭਾਰਤ ਵਿੱਚ ਅੱਜ ਵੀ 68% ਜਨਸੰਖਿਆ ਖੇਤੀ ਖੇਤਰ ਉੱਤੇ ਰੁਜ਼ਗਾਰ ਪ੍ਰਾਪਤ ਕਰ ਰਹੀ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਖੇਤੀ ਤਾਂ ਕੀ ਕਰਦੀ ਆ, ਇੱਕ ਤਰ੍ਹਾਂ ਨਾਲ ਆਪਾਂ ਨੂੰ ਅਨਾਜ ਪ੍ਰੋਵਾਈਡ ਕਰਦੀ ਹੈ, ਅਤੇ ਦੂਸਰਾ ਇਹ ਕੀ ਆ, ਰੁਜ਼ਗਾਰ ਦਾ ਇੱਕ ਬਹੁਤ ਵੱਡਾ ਸਾਧਨ ਹੈ। ਆਜ਼ਾਦੀ ਪਿੱਛੋਂ ਭਾਰਤੀ ਵਾਸੀਆਂ ਨੂੰ ਅੰਗਰੇਜ਼ਾਂ ਲਈ ਪਿਛੜੀ ਹੋਈ ਖੇਤੀ ਅਰਥਵਿਵਸਥਾ ਦੀ ਵਿਰਾਸਤ ਵਿੱਚ ਮਿਲੀ ਹੈ। ਹੁਣ ਜਿਸ ਸਮੇਂ ਅੰਗਰੇਜ਼ ਰਾਜ ਕਰਦੇ ਸੀਗੇ, ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ, ਉਸ ਸਮੇਂ ਜਦੋਂ ਖੇਤ ਦੇ ਹਾਲਾਤ ਦੇਖਿਆ ਗਿਆ ਤਾਂ ਉਹ ਕਿਹੋ ਜਿਹੀ ਹਾਲਤ ਸੀਗੀ? ਪਿਛੜੀ ਹੋਈ ਖੇਤੀਬਾੜੀ ਸੀਗੀ, ਯਾਨੀ ਇੰਨਾ ਜ਼ਿਆਦਾ ਐਗਰੀਕਲਚਰ ਦਾ ਵਿਕਾਸ ਨਹੀਂ ਹੋਇਆ ਸੀ। ਮਹਾਤਮਾ ਗਾਂਧੀ ਨੇ ਖੇਤੀ ਨੂੰ ਭਾਰਤ ਦੀ ਆਤਮਾ ਮੰਨਦੇ ਹਨ। ਅਤੇ ਜੋ ਮਹਾਤਮਾ ਗਾਂਧੀ ਨੇ, ਜਿਹੜੇ ਆਪਣੇ ਬਾਪੂ ਜੀ ਹਨ, ਠੀਕ ਹੈ ਜੀ, ਉਹ ਕੀ ਮੰਨਦੇ ਹਨ? ਖੇਤੀ ਨੂੰ ਭਾਰਤ ਦੀ ਆਤਮਾ। ਠੀਕ ਹੈ ਜੀ। ਕਿਉਂਕਿ ਜੇ ਅਗਰ ਖੇਤੀ ਨਹੀਂ ਰਹੂਗੀ ਤਾਂ ਸੋਚ ਲਓ ਉਹ ਕੀ ਹੈ, ਰੁਜ਼ਗਾਰ ਦਾ ਸਾਧਨ ਹੈ, ਨਾਲ ਕੀ ਉਹ ਆਪਣੀ ਰੋਜੀ ਰੋਟੀ ਹੈ ਇੱਕ। ਨਹਿਰੂ ਜੀ ਨੇ ਵੀ ਇਸ ਲਈ ਕਿਹਾ, ਅਤੇ ਨਹਿਰੂ ਜੀ ਦੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਨਹਿਰੂ ਜੀ ਕੀ ਖੇਤੀ ਨੂੰ ਮੰਨਦੇ ਸੀਗੇ? ਖੇਤੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਹੁੰਦਾ, ਪਹਿਲਾ ਸਥਾਨ ਦੇਣ ਦੀ ਲੋੜ ਹੈ। ਡਾਕਟਰ VKR ਰਾਓ ਨੇ ਖੇਤੀ ਦੀ ਮਹੱਤਵ ਉੱਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਹੈ ਕਿ ਜੋ ਡਾਕਟਰ VKR ਰਾਓ ਨੇ, ਉਹਨਾਂ ਨੇ ਕਿਹਾ ਕਿ ਜੇਕਰ 5 ਸਾਲਾ ਯੋਜਨਾਵਾਂ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੈ ਤਾਂ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇ 5 ਸਾਲਾ ਯੋਜਨਾਵਾਂ ਬਣਾਈਆਂ ਗਈਆਂ ਸੀ ਵਿਕਾਸ ਦੇ ਲਈ, ਤਾਂ ਉਹਦੇ ਵਿੱਚ ਕਹਿੰਦੇ ਨੇ ਕਿ ਅਗਰ ਜੇ 5 ਸਾਲਾ ਯੋਜਨਾਵਾਂ ਦੇ ਵਿੱਚ ਵਿਕਾਸ ਚਾਹੁੰਦੇ ਆ ਕਿ ਅਗਰ ਉਹ ਸਹੀ ਤਰੀਕੇ ਨਾਲ ਕੰਮ ਕਰਨ ਔਰ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਵੇ, ਜੋ ਉਦੇਸ਼ ਆਪਾਂ ਚਾਹੁੰਦੇ ਆ ਉਹ ਮਿਲੇ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਖੇਤੀ ਦੇ ਲਈ ਜੋ ਵੀ ਆਪਾਂ ਨੇ ਨਿਰਧਾਰਿਤ ਕੀਤੇ ਨੇ ਟੀਚੇ, ਉਹਨੂੰ ਪੂਰਾ ਕੀਤਾ ਜਾਵੇ, ਯਾਨੀ ਖੇਤੀ ਨੂੰ ਡਿਵੈਲਪ ਕੀਤਾ ਜਾਵੇ। ਸਭ ਤੋਂ ਪਹਿਲਾਂ ਪ੍ਰਸਿੱਧ ਭਾਰਤੀ ਵਿਦਵਾਨ ਦਾਂਤੇਵਾਲਾ ਦੇ ਅਨੁਸਾਰ ਭਾਰਤੀ ਅਰਥਵਿਵਸਥਾ ਦੇ ਆਤਮਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫਲਤਾ ਦੇਸ਼ ਨੂੰ ਆਰਥਿਕ ਉੱਨਤੀ ਦੇ ਮਾਰਗ 'ਤੇ ਲੈ ਜਾਂਦੀ ਹੈ। ਹੁਣ ਜਿਵੇਂ ਪਤਾ ਹੈ ਕਿ ਖੇਤੀ ਦੇ ਉੱਤੇ 68% ਤੋਂ ਵੀ ਜ਼ਿਆਦਾ ਲੋਕ ਖੇਤੀ 'ਤੇ ਡਿਪੈਂਡ ਨੇ, ਤਾਂ ਇਸ ਤਰੀਕੇ ਨਾਲ ਅਗਰ ਕਹੀਏ ਤਾਂ ਖੇਤੀ ਦੇ ਅਗਰ ਵਿਕਾਸ ਹੋਊਗਾ ਤਾਂ ਕੀ ਹੋਊਗਾ? ਦੇਸ਼ ਦਾ ਵੀ ਵਿਕਾਸ ਹੋਊਗਾ। ਠੀਕ ਹੈ ਜੀ। ਹੁਣ ਨੈਕਸਟ ਕੀ ਹੈ? ਖੇਤੀ ਦਾ ਅਰਥ ਕੀ ਹੁੰਦਾ ਗਾ? ਅਗਰ ਕਿਸੇ ਨੂੰ ਪੁੱਛਿਆ ਜਾਵੇ ਤਾਂ ਖੇਤੀ ਦਾ ਅਰਥ ਕੀ ਦੱਸਣਗੇ ਕਿ ਜਿਸ ਦੇ ਉੱਤੇ ਫਸਲਾਂ ਉਗਾਈਆਂ ਜਾਂਦੀਆਂ ਨੇ ਉਹ ਖੇਤੀ ਹੈ। ਠੀਕ ਹੈ ਜੀ। ਹੁਣ ਆਪਾਂ ਇਕਨੋਮਿਕਸ ਦੇ ਵਰਡ ਦੇ ਵਿੱਚ ਜੋ ਵਰਡ ਖੇਤੀ ਦੇ ਲਈ ਵਰਤਿਆ ਜਾਂਦਾ, ਜੋ ਸਹੀ ਡੈਫੀਨੇਸ਼ਨ ਵਰਤੀ ਜਾਂਦੀ ਆ, ਉਹ ਇੱਥੇ ਡਿਸਕਸ ਕਰਾਂਗੇ। ਅੰਗਰੇਜ਼ੀ ਭਾਸ਼ਾ ਦਾ ਐਗਰੀਕਲਚਰ ਸ਼ਬਦ ਲੈਟਿਨ ਭਾਸ਼ਾ ਦੇ 2 ਸ਼ਬਦਾਂ ਐਗਰੀ ਅਤੇ ਫੀਲਡ ਅਤੇ ਕਲਚਰ। ਐਗਰੀ ਦਾ ਮਤਲਬ ਹੈ ਫੀਲਡ। ਦੇਖੋ, ਜੋ ਆਪਣਾ ਐਗਰੀਕਲਚਰ ਕਹਿੰਦੇ ਆ ਨਾ, ਇੰਗਲਿਸ਼ ਦਾ ਵਰਡ ਜੋ ਐਗਰੀਕਲਚਰ ਯੂਜ਼ ਕਰਦੇ ਆ, ਇਹ ਕਿਸ ਤੋਂ ਲਿਆ ਗਿਆ ਹੈ? ਲੈਟਿਨ ਭਾਸ਼ਾ ਤੋਂ ਲਿਆ ਗਿਆ ਹੈ। ਠੀਕ ਹੈ। ਤਾਂ ਲੈਟਿਨ ਭਾਸ਼ਾ ਦੇ 2 ਸ਼ਬਦ ਐਗਰੀ ਅਤੇ ਕਲਚਰ ਤੋਂ ਬਣ ਕੇ, ਐਗਰੀਕਲਚਰ ਕਿਹੜੇ 2 ਸ਼ਬਦਾਂ ਦੇ ਜੋੜ ਤੋਂ ਬਣਿਆ ਹੈ? ਐਗਰੀ ਅਤੇ ਕਲਚਰ। ਠੀਕ ਹੈ ਜੀ। ਐਗਰੀ ਦਾ ਮਤਲਬ ਹੈ ਫੀਲਡ, ਖੇਤ। ਕਲਚਰ ਦਾ ਮਤਲਬ ਹੁੰਦਾ ਗਾ ਕਿ ਜੋ ਉਸਦੇ ਉੱਤੇ ਖੇਤੀ ਕਰਦੇ ਆ, ਖੇਤੀ ਦੇ ਉੱਤੇ ਖੇਤ ਦਾ ਖੇਤੀ। ਠੀਕ ਹੈ ਜੀ। ਮਤਲਬ ਖੇਤ ਦੇ ਉੱਤੇ ਖੇਤੀ ਕਰਨਾ, ਇਸ ਕਰਕੇ ਇਹ ਕੀ ਹੈ? ਲੈਟਿਨ ਭਾਸ਼ਾ ਤੋਂ ਲਿਆ ਗਿਆ ਆ।
ਵੈਸਟਰ ਸ਼ਬਦਕੋਸ਼ ਦੇ ਅਨੁਸਾਰ ਇੱਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਦਾ ਵਿਗਿਆਨ ਨੂੰ ਖੇਤੀ ਕਿਹਾ ਜਾਂਦਾ। ਅਗਰ ਜੇ ਵੈਸਟਰਨ ਸ਼ਬਦਕੋਸ਼ ਦੇ ਵਿੱਚ ਦੇਖਿਆ ਜਾਵੇ ਤਾਂ ਖੇਤੀ ਦਾ ਮਤਲਬ ਕੀ ਹੁੰਦਾ ਗਾ? ਖੇਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਫਸਲਾਂ ਨੂੰ ਉਗਾ ਲਿਆ ਇਹ ਖੇਤੀ ਹੋ ਗਈ, ਨਹੀਂ। ਫਸਲਾਂ ਦੇ ਨਾਲ ਨਾਲ ਹੋਰ ਜਿਹੜੇ ਆਪਾਂ ਐਕਸਟਰਾ ਜਿਹੜਾ ਕੰਮ ਕਰਦੇ ਹਾਂ ਜਿਨ੍ਹਾਂ ਨਾਲ ਰੁਜ਼ਗਾਰ ਮਿਲਦਾ ਗਾ, ਜਿਵੇਂ ਪਸ਼ੂ ਪਾਲਣ ਕਰ ਲਿਆ, ਇਹ ਪਸ਼ੂ ਪਾਲਣ ਵੀ ਖੇਤੀ ਦੇ ਨਾਲ ਆਉਂਦਾ ਗਾ। ਖੇਤੀ ਦੇ ਨਾਲ ਨਾਲ ਹੋਰ ਵੀ ਜੋ ਉਹਦੇ ਨਾਲ ਕੰਮ ਹੁੰਦੇ ਨੇ, ਪਸ਼ੂ ਪਾਲਣ ਨੇ, ਮੁਰਗੀ ਫਾਰਮ ਹੋ ਗਏ, ਮੱਛੀ ਪਾਲਣ ਹੋ ਗਿਆ, ਠੀਕ ਹੈ ਜੀ, ਇਹ ਸਾਰੇ ਖੇਤੀ ਦੇ ਵਿੱਚ ਹੀ ਆ ਜਾਂਦੇ ਨੇ, ਠੀਕ ਹੈ ਜੀ। ਭਾਰਤੀ ਅਰਥਵਿਵਸਥਾ ਵਿੱਚ ਖੇਤੀ ਦਾ ਮਹੱਤਵ। ਹੁਣ ਵਟ ਇਜ਼ ਦੀ ਇੰਪੋਰਟੈਂਸ ਆਫ ਦੀ ਐਗਰੀਕਲਚਰ ਇਨ ਇੰਡੀਅਨ ਇਕੋਨਮੀ ਦੇ ਵਿੱਚ ਕੀ ਹੈ ਇੰਪੋਰਟੈਂਸ ਇਹਦਾ? ਯੋਜਨਾ ਆਯੋਗ ਨੇ ਠੀਕ ਹੀ ਕਿਹਾ ਹੈ। ਯੋਜਨਾ ਆਯੋਗ ਜੋ ਜਿਨ੍ਹਾਂ ਨੇ ਯੋਜਨਾ ਬਣਾਇਆ ਗਾ, ਉਹਨਾਂ ਨੇ ਕਿਹਾ ਕਿ ਯੋਜਨਾਵਾਂ ਦੀ ਸਫਲਤਾ ਲਈ ਖੇਤੀ ਦਾ ਵਿਕਾਸ ਸਭ ਤੋਂ ਵੱਧ ਜ਼ਰੂਰੀ ਹੈ। ਭਾਰਤ ਦੀ ਵੱਧਦੀ ਹੋਈ ਜਨਸੰਖਿਆ ਭੋਜਨ ਲਈ ਖੇਤੀ ਤੇ ਨਿਰਭਰ ਕਰਦੀ ਹੈ। ਭਾਰਤੀ ਖੇਤੀ ਉੱਤੇ ਹੀ ਦੇਸ਼ ਦਾ ਉਦਯੋਗ, ਵਪਾਰ, ਵਿਦੇਸ਼ੀ ਵਪਾਰ, ਯਾਤਾਯਾਤ ਤੇ ਨਿਰਭਰ ਕਰਦੇ ਹਨ। ਦੇਸ਼ ਦੀ ਅਰਥਵਿਵਸਥਾ ਵਿੱਚ ਖੇਤੀ ਦੇ ਮਹੱਤਵ ਨੂੰ ਹੇਠਲੇ ਗੱਲਾਂ ਤੇ ਨਿਰਭਰ ਕਰਦਾ ਹੈ। ਹੁਣ ਇੱਥੇ ਤੱਕ ਤਾਂ ਆਪਾਂ ਨੂੰ ਇਹੀ ਪਤਾ ਗਾ ਕਿ ਜੋ ਖੇਤੀ ਦਾ ਕਿੰਨਾ ਮਹੱਤਵ ਹੈ। ਇੱਕ ਤਾਂ ਆਪਾਂ ਨੂੰ ਉਹ ਭੋਜਨ ਦਿੰਦੀ ਹੈ, ਦੂਸਰਾ ਕੱਪੜੇ ਮਿਲਦੇ ਨੇ, ਠੀਕ ਹੈ, ਉਦਯੋਗਾਂ ਦਾ ਵਪਾਰ ਹੁੰਦਾ, ਵਿਦੇਸ਼ੀ ਵਪਾਰ ਹੁੰਦਾ ਗਾ। ਇਹ ਸਾਰਿਆਂ ਨੂੰ ਆਪਾਂ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਇਹ ਖੇਤੀ ਇਹਨਾਂ ਨੂੰ ਵਿਕਾਸ ਇਹਨਾਂ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਉਂਦੀ ਹੈ, ਠੀਕ ਹੈ ਜੀ। तो फर्स्ट जो पॉइंट है खेती के इंपॉर्टेंस ਦੇ ਵਿੱਚ, तो फर्स्ट पॉइंट की है कि राष्ट्रीय आमदन विच योगदान। तो राष्ट्रीय आमदन मतलब नैशनल इनकम, जो अपने इंडिया की नैशनल इनकम है ਉਹਦੇ ਵਿੱਚ ਕੀ ਇੰਪੋਰਟੈਂਸ ਆ, ਖੇਤੀ ਦਾ ਕਿੰਨਾ ਭਾਗ ਨੈਸ਼ਨਲ ਇਨਕਮ ਦੇ ਵਿੱਚ ਜਾਂਦਾ ਆ ਖੇਤੀ ਤੋਂ। ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ 40% ਪ੍ਰਤੀਸ਼ਤ ਖੇਤੀ ਅਤੇ ਵਣਾਂ ਦਾ ਪ੍ਰਾਥਮਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ। यानी कहिए कि राष्ट्रीय आमदन का ना 40% जो है वो खेती तो ही जाता गा आमदन। योजना काल दौरान राष्ट्रीय आमदन विच खेती खेतर का योगदान ਵੱਖ-ਵੱਖ ਵਰਿਆਂ ਦੇ ਵਿੱਚ ਲਗਭਗ 51% 29% ਰਿਹਾ ਹੈ। ਹੁਣ ਜਦੋਂ ਯੋਜਨਾਵਾਂ ਜਿਹੜੀਆਂ ਬਣਾਈਆਂ ਗਈਆਂ ਸੀ ਤਾਂ ਉਹਦੇ ਵਿੱਚ ਜਦੋਂ ਰਿਕਾਰਡ ਚੈੱਕ ਕੀਤੇ ਗਏ ਸੀ ਤਾਂ ਦੇਖਿਆ ਗਿਆ ਕਿ ਜੋ ਖੇਤੀ ਦਾ ਵਿਕਾਸ ਕਰਨ ਦੇ ਨਾਲ ਨਾਲ ਇਹ ਕੀ ਹੋ ਰਿਹਾ ਗਾ, ਰਾਸ਼ਟਰੀ ਆਮਦਨ ਦੇ ਵਿੱਚ ਇਹਦੀ ਇੰਪੋਰਟੈਂਸ ਜਿਹੜੀ ਹੈ ਉਹ ਵੱਖ-ਵੱਖ ਹੈ। ਸੌਰੀ ਇੰਪੋਰਟੈਂਸ ਮਤਲਬ ਯੋਗਦਾਨ ਜੋ ਖੇਤੀ ਦਾ ਹੈ ਰਾਸ਼ਟਰੀ ਆਮਦਨ ਵਿੱਚ ਉਹ ਅਲੱਗ-ਅਲੱਗ ਹੈ, ਕਦੇ 51%, ਕਦੇ 29%, ਕਦੇ 40%, ਠੀਕ ਹੈ ਜੀ। ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਖੇਤਰ ਦਾ ਯੋਗਦਾਨ ਹੋਰਨਾਂ ਖੇਤਰਾਂ ਜਿਵੇਂ ਕਿ ਉਦਯੋਗ, ਰੁਜ਼ਗਾਰ ਆਦਿ ਦੀ ਤੁਲਨਾ ਵਿੱਚ ਬਹੁਤ ਵਧੇਰੇ ਹੈ। ਅਗਰ ਕਹੀਏ ਕਿ ਰਾਸ਼ਟਰੀ ਆਮਦਨ ਦਾ ਖੇਤੀ ਦੇ ਵਿੱਚ ਕਿੰਨਾ ਯੋਗਦਾਨ ਹੈ ਤਾਂ ਜਿੰਨਾ ਯੋਗਦਾਨ ਇੰਡਸਟਰੀ ਔਰ ਜਿਹੜੇ ਦੂਸਰੇ ਰੁਜ਼ਗਾਰ ਦੇ ਸਾਧਨ ਨੇ ਉਹਨਾਂ ਨਾਲੋਂ ਕਈ ਗੁਣਾ ਵੱਧ ਖੇਤੀ ਦਾ ਆ ਰਾਸ਼ਟਰੀ ਆਮਦਨ ਵਿੱਚ ਯੋਗਦਾਨ। ਪਰੰਤੂ ਹੁਣ ਇਹ ਹੌਲੀ ਹੌਲੀ ਘਟ ਰਿਹਾ ਹੈ। ਸੰਸਾਰ ਦੇ ਵਿਕਸਿਤ ਭਾਰਤ ਨਿਦੇਸ਼ਾਂ ਵਿੱਚ ਖੇਤੀ ਕਾਫੀ ਵਿਕਸਿਤ ਹੈ, ਪਰੰਤੂ ਉਹਨਾਂ ਦੀ ਰਾਸ਼ਟਰੀ ਆਮਦਨ ਵਿੱਚ ਇਸ ਦਾ ਯੋਗਦਾਨ ਕਾਫੀ ਘੱਟ ਹੈ। ਵਿਕਸਿਤ ਜਿਹੜੇ ਦੇਸ਼ ਨੇ ਉੱਥੇ ਖੇਤੀ ਵਿਕਸਿਤ ਹੈ, ਪਰ ਉੱਥੋਂ ਦੀ ਜੋ ਨੈਸ਼ਨਲ ਇਨਕਮ ਦੇ ਵਿੱਚ ਜੋ ਇਹਦਾ ਉਹ ਰੋਲ ਹੈ, ਯੋਗਦਾਨ ਹੈ, ਉਹ ਕੀ ਹੈ, ਬਹੁਤ ਜ਼ਿਆਦਾ ਘੱਟ ਹੈ ਇਹਦਾ ਕੰਟਰੀਬਿਊਸ਼ਨ, ਠੀਕ ਹੈ ਜੀ। ਇਹ ਕਿਉਂ ਕੰਟਰੀਬਿਊਸ਼ਨ ਹੈ ਇਹ ਅੱਗੇ ਪੜਾਂਗੇ, ਠੀਕ ਹੈ ਜੀ। ਇੱਥੇ ਆਪਾਂ ਸਿਰਫ ਇੰਪੋਰਟੈਂਸ ਬਾਰੇ ਪੜ੍ਹ ਰਹੇ ਹਾਂ ਕਿ ਇਹਦੀ ਕੀ ਖੇਤੀ ਦੇ ਇੰਪੋਰਟੈਂਸ ਨੇ, ਠੀਕ ਹੈ ਜੀ। ਤਾਂ ਫਸਟ ਇੰਪੋਰਟੈਂਟ ਪਤਾ ਚੱਲ ਗਈ ਕਿ ਰਾਸ਼ਟਰੀ ਆਮਦਨ ਦੇ ਵਿੱਚ ਯੋਗਦਾਨ। ਸੈਕੰਡ ਹੈ ਅਨਾਜ ਪੂਰਤੀ ਦਾ ਸਾਧਨ, ਅਨਾਜ ਪੂਰਤੀ, ਸੋਰਸ ਆਫ ਫੂਡ ਸਪਲਾਈ, ਠੀਕ ਹੈ ਜੀ। ਕਿਉਂਕਿ ਖੇਤੀ ਤੋਂ ਆਪਾਂ ਨੂੰ ਕੀ ਮਿਲਦੀ ਹੈ, ਫੂਡ ਮਿਲਦਾ ਗਾ, ਠੀਕ ਹੈ ਜੀ। ਖੇਤੀ ਤੋਂ ਭਾਰਤ ਦੀ ਜਨਸੰਖਿਆ ਨੂੰ ਭੋਜਨ, ਪਸ਼ੂਆਂ ਨੂੰ ਚਾਰਾ ਪ੍ਰਾਪਤ ਹੁੰਦਾ ਗਾ, ਇਹ ਤਾਂ ਪਤਾ ਹੀ ਆ ਆਪਾਂ ਨੂੰ, ਭੋਜਨ ਮਿਲਦਾ ਤੇ ਪਸ਼ੂਆਂ ਨੂੰ ਚਾਰਾ ਮਿਲਦਾ ਗਾ ਭੋਜਨ ਦੇ ਰੂਪ ਵਿੱਚ। ਇਸ ਲਈ ਖੇਤੀ ਮਨੁੱਖਾਂ ਅਤੇ ਪਸ਼ੂਆਂ ਦੇ ਲਈ ਦੋਹਾਂ ਦੇ ਲਈ ਕੀ ਹੈ, ਬਹੁਤ ਜ਼ਰੂਰੀ ਸਾਧਨ ਹੈ। ਖੇਤੀ ਦੇ ਅਗਰ ਜੇ ਵਿਕਾਸ ਨੂੰ ਕਹੀਏ ਤਾਂ ਦੇਸ਼ ਦੀ ਅੰਨ ਸਮੱਸਿਆ ਕਾਫੀ ਹੱਦ ਤੱਕ ਹੱਲ ਹੋਈ ਹੈ। ਜੇ ਅਗਰ ਖੇਤੀ ਦਾ ਵਿਕਾਸ ਹੋਊਗਾ ਤਾਂ ਅੰਨ ਦੀ ਜਿਹੜੀ ਸਮੱਸਿਆ ਹੈ ਉਹ ਕਾਫੀ ਹੱਦ ਤੱਕ ਕੀ ਹੋ ਜੂਗੀ, ਸੁਧਰ ਜੂਗੀ। ਭਾਰਤ ਵਿੱਚ ਪ੍ਰਤੀ ਵਿਅਕਤੀ ਅਨਾਜ ਦੀ ਜੋ ਪ੍ਰਾਪਤੀ ਹੈ ਉਹ ਕਿੰਨੀ 1956 ਵਿੱਚ ਜਦੋਂ ਚੈੱਕ ਕੀਤੀ ਗਈ, ਜਦੋਂ ਪ੍ਰਤੀ ਵਿਅਕਤੀ ਅਨਾਜ ਦੀ 1956 ਦੇ ਵਿੱਚ ਚੈੱਕ ਕੀਤਾ ਗਿਆ ਤਾਂ 430 ਗ੍ਰਾਮ ਸੀ, ਜਿਹੜੀ ਕਿ ਸਨ 1997 ਵਿੱਚ ਵੱਧ ਕੇ 498 ਗ੍ਰਾਮ ਹੋ ਗਈ। ਇੱਕ ਤੰਦਰੁਸਤ ਵਿਅਕਤੀ ਨੂੰ 750 ਗ੍ਰਾਮ ਭੋਜਨ ਰੋਜ਼ਾਨਾ ਮਿਲਣਾ ਚਾਹੀਦਾ ਹੈ। ਅਗਰ ਜੇ ਇੱਕ ਤੰਦਰੁਸਤ ਵਿਅਕਤੀ ਆ ਤਾਂ ਉਹਨੂੰ ਇੰਨਾ ਗ੍ਰਾਮ ਭੋਜਨ ਰੋਜ਼ ਮਿਲਣਾ ਚਾਹੀਦਾ ਆ।
ਭਾਰਤ ਵਿੱਚ ਮੱਛੀ, ਦੁੱਧ, ਅੰਡੇ ਆਦਿ ਦੀ ਪ੍ਰਾਪਤੀ ਬਹੁਤ ਹੀ ਘੱਟ ਹੈ, ਇਸ ਲਈ ਅਨਾਜ ਦੀ ਜ਼ਰੂਰਤ ਵਧੇਰੇ ਰਹਿੰਦੀ ਹੈ। ਹੁਣ ਅਗਰ ਜੇ ਮੰਨ ਲਓ ਖੇਤੀ ਨਾ ਰਹਿੰਦੀ ਤਾਂ ਆਪਾਂ ਕਹਿੰਦੇ ਚਲੋ ਹੋਰ ਚੀਜ਼ ਖਾ ਲੈਂਦੇ, ਮੱਛੀ ਹੋ ਗਏ, ਦੁੱਧ, ਅੰਡੇ, ਇਹਨਾਂ ਨਾਲ ਗੁਜ਼ਾਰਾ ਕਰਨ, ਪਰ ਇਹਨਾਂ ਦਾ ਜੋ ਉਤਪਾਦਨ ਹੈ ਇੰਨਾ ਜ਼ਿਆਦਾ ਨਹੀਂ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਖੇਤੀ ਦਾ ਵਿਕਾਸ ਹੋਵੇ, ਖੇਤੀ ਤੋਂ ਜ਼ਿਆਦਾ ਆਪਾਂ ਨੂੰ ਭੋਜਨ ਮਿਲੇ। ਠੀਕ ਹੈ ਜੀ। ਕਦੋਂ ਤੱਕ ਬੰਦਾ ਇਹ ਸਭ ਕੁਝ ਖਾ ਸਕਦਾ? ਕਦੇ ਨਾ ਕਦੇ ਤਾਂ ਖਤਮ ਹੋ ਜਾਣਗੇ, ਪਰ ਖੇਤੀ ਦੇ ਨਾਲ ਜੋ ਫਸਲ ਉਗਾਵਾਂਗੇ ਉਹ ਤਾਂ ਨਹੀਂ ਖਤਮ ਹੋਊਗਾ, ਅਤੇ ਸਭ ਦੀ ਨੀਡ ਵੀ ਪੂਰੀ ਹੋਊਗੀ। ਇਸ ਲਈ ਪਹਿਲਾਂ ਸਮੇਂ ਦੇ ਵਿੱਚ ਨਾ ਇੱਕ ਅਲੱਗ ਵਿਸ਼ਾ ਆ ਕਿ ਪਹਿਲਾਂ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਖੇਤੀ ਕਰਦੇ ਹੁੰਦੇ ਸੀ ਲੋਕ, ਤਾਂ ਉਸ ਸਮੇਂ ਨਾ ਮੁਦਰਾ ਨਹੀਂ ਹੁੰਦੀ ਸੀ। ਮੁਦਰਾ ਸਮਝਦੇ ਹੋ, ਮਤਲਬ ਪੈਸੇ ਨਹੀਂ ਹੁੰਦੇ ਸੀਗੇ ਕਿਸੇ ਕੋਲ ਵੀ ਇੰਨਾ। ਤਾਂ ਉਹ ਕੀ ਕਰਦੇ ਹੁੰਦੇ ਸੀ, ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੀ ਕਰਦੇ ਹੁੰਦੇ ਸੀ, ਅਨਾਜ ਵੇਚਦੇ ਹੁੰਦੇ ਸੀ। ਤਾਂ ਇੱਕ ਤਰੀਕੇ ਨਾਲ ਅਨਾਜ ਜੋ ਹੈ ਉਹ ਇੱਕ ਵਟਾਂਦਰੇ ਦੀ ਤਰ੍ਹਾਂ ਨਾਲ ਕੰਮ ਕਰਦੀ ਸੀ। ਜੇ ਮੰਨ ਲਓ ਮੈਨੂੰ ਅਗਰ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਮੈਂ ਅਨਾਜ ਵੇਚ ਕੇ ਕੋਈ ਚੀਜ਼ ਨੂੰ ਖਰੀਦ ਸਕਦੀ ਹਾਂ। ਠੀਕ ਹੈ ਜੀ। ਅਗਰ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਅਨਾਜ ਵੇਚ ਕੇ ਕੁਝ ਖਰੀਦ ਸਕਦਾ। ਯਾਨੀ ਅਨਾਜ ਕੀ ਕਰਦਾ ਸੀ, ਲੈਣ ਦੇਣ ਦਾ ਕੰਮ ਕਰਦਾ ਹੁੰਦਾ ਸੀ, ਵਟਾਂਦਰੇ ਦਾ ਕੰਮ ਕਰਦਾ ਹੁੰਦਾ ਸੀਗਾ। ਠੀਕ ਹੈ ਜੀ। ਜਿਵੇਂ ਹੁਣ ਮੁਦਰਾ ਕਰਦੀ ਆ, ਪੈਸੇ ਕਰਦੀ ਆ, ਉਸ ਤਰ੍ਹਾਂ ਅਨਾਜ ਵੀ ਪਿਛਲੇ ਬਹੁਤ ਸਮਾਂ ਪਹਿਲਾਂ ਜੋ ਕਰਦੀ ਹੁੰਦੀ ਸੀ। ਠੀਕ ਹੈ ਜੀ। ਇਹ ਵੀ ਇੰਪੋਰਟੈਂਸ ਹੈ ਇਹਦਾ, ਵਟਾਂਦਰੇ, ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ ਬਾਰਟਰ ਸਿਸਟਮ। ਠੀਕ ਹੈ ਜੀ। ਹੁਣ ਤਾਂ ਮੋਨੇਟਰੀ ਸਿਸਟਮ ਆ ਗਿਆ ਕਿ ਮਨੀ ਦੇ ਨਾਲ ਆਪਾਂ ਕੋਈ ਵੀ ਚੀਜ਼ ਨੂੰ ਖਰੀਦ ਸਕਦੇ ਹਾਂ। ਪਹਿਲਾਂ ਕੀ ਸੀਗਾ, ਆਪਾਂ ਕਿਸੇ ਵਸਤੂ ਨੂੰ ਦੇ ਕੇ ਕਿਸੇ ਦੂਸਰੀ ਵਸਤੂ ਨੂੰ ਖਰੀਦ ਸਕਦੇ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਭਾਰਤ ਵਿੱਚ ਲੋਕਾਂ ਨੂੰ ਸਬਜ਼ੀਆਂ, ਦਾਲਾਂ ਆਦਿ ਖਾਣ ਲਈ ਤੇਲ ਦੀ ਮਾਤਰਾ ਘੱਟ ਮਿਲਦੀ ਸੀ, ਜਿਹੜੀ ਕਿ ਇੱਕ ਵਿਅਕਤੀ ਨੂੰ ਔਸਤ 25.5 ਗ੍ਰਾਮ ਮਾਤਰਾ ਮਿਲਣੀ ਚਾਹੀਦੀ ਸੀ, ਉਹ 4.6 ਗ੍ਰਾਮ ਹੀ ਮਿਲਦੀ ਸੀ। ਇਸ ਵਿਸ਼ੇ ਵਿੱਚ ਫੈਰੀਮੈਨ ਨੇ ਠੀਕ ਹੀ ਕਿਹਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਸਾਡੀ ਸੰਤਾਨ ਸਾਡੇ ਉੱਪਰ ਵਿਅੰਗ ਕਸੇ ਕਿ 20ਵੀਂ ਸ਼ਤਾਬਦੀ ਦੇ ਲੋਕਾਂ ਨੇ ਚੰਦ ਸੂਰਜ ਤੱਕ ਤਾਂ ਆਪਣੇ ਆਪ ਨੂੰ ਪਹੁੰਚਾ ਲਿਆ, ਪਰੰਤੂ ਬੱਚਿਆਂ ਨੂੰ ਰੋਟੀ ਅਤੇ ਦੁੱਧ ਨਾ ਦੇ ਸਕੇ। ਇਹ ਸਹੀ ਕਿਹਾ ਗਾ। ਇਹ ਕੋਟੇਸ਼ਨ ਜੋ ਹੈ ਤੁਸੀਂ ਇੱਕ ਕੋਟੇਸ਼ਨ ਦੇ ਵਿੱਚ ਲਿਖ ਸਕਦੇ ਹੋ। ਇਹ ਮਤਲਬ ਅਟਰੈਕਟ ਕਰਨ ਦੇ ਲਈ ਇੱਕ ਆਈਡੀਆ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਆਪਾਂ ਚੰਦ ਸੂਰਜ ਤੱਕ ਤਾਂ ਪਹੁੰਚ ਗਏ, ਪਰ ਜੋ ਅਨਾਜ ਹੈ ਉਹ ਆਪਣੇ ਫਿਊਚਰ, ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਨਹੀਂ ਛੱਡ ਕੇ ਗਏ। ਠੀਕ ਹੈ ਜੀ। ਇਸ ਲਈ ਪਤਾ ਚੱਲ ਗਿਆ ਇੱਥੇ ਸੋਰਸ ਆਫ ਫੂਡ ਹੈ, ਮਤਲਬ ਸੋਰਸ ਆਫ ਫੂਡ ਸਪਲਾਈ, ਫੂਡ ਦੀ ਸਪਲਾਈ ਕਰਦਾ ਗਾ ਖੇਤੀ। ਸੈਕੰਡ ਕੀ ਹੈ, ਖੇਤੀ ਅਤੇ ਰੁਜ਼ਗਾਰ। ਐਗਰੀਕਲਚਰ ਐਂਡ ਇੰਪਲੋਇਮੈਂਟ, ਇਹਦੇ ਤੋਂ ਕੀ ਮਿਲਦੀ ਹੈ ਆਪਾਂ ਨੂੰ, ਇੰਪਲੋਇਮੈਂਟ ਵੀ ਮਿਲਦੀ ਹੈ, ਕਈ ਲੋਕਾਂ ਨੂੰ ਰੁਜ਼ਗਾਰ ਮਿਲਦਾ ਗਾ। ਭਾਰਤੀ ਅਰਥ ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਖੇਤੀ ਖੇਤਰ ਵਿੱਚ ਹੀ ਮਿਲਦੇ ਹਨ। ਰੁਜ਼ਗਾਰ ਦੇ ਸਭ ਤੋਂ ਜ਼ਿਆਦਾ ਮੌਕੇ ਇੱਥੋਂ ਹੀ ਮਿਲਦੇ ਹਨ। ਜਦੋਂ 1991 ਦੀ ਜਨਗਣਨਾ ਕੀਤੀ ਗਈ ਸੀਗੀ ਤਾਂ ਜੋ ਜਿਹੜੇ ਕੰਮ ਕਰਨ ਦੇ ਨੌਜਵਾਨ ਨੇ ਜਾਂ ਕਾਮੂ ਜਨਸੰਖਿਆ ਹੈਗੀ ਆ, ਠੀਕ ਹੈ, ਉਹ ਪੇਂਡੂ ਮਜ਼ਦੂਰਾਂ ਦੀ ਸੰਖਿਆ ਕਿੰਨੀ ਸੀ, 80% ਸੀ। ਇਹਨਾਂ ਵਿੱਚ ਲਗਭਗ 82% ਤਾਂ ਪੇਂਡੂ ਹੀ ਸੀਗੇ, ਕਿਉਂਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਕੀ ਕਰਦੇ ਨੇ, ਖੇਤੀ ਦੇ ਉੱਤੇ ਹੀ ਡਿਪੈਂਡ ਰਹਿੰਦੇ ਹਨ। ਇਸ ਕਰਕੇ ਕੀ ਹੈ, ਖੇਤੀ ਖੇਤਰ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਖੇਤੀ ਦਾ ਕੀ ਹੈ, ਬਹੁਤ ਵੱਡਾ ਯੋਗਦਾਨ ਹੈ। ਇਹ ਕਿਹਾ ਜਾ ਸਕਦਾ ਹੈ ਕਿ 1901 ਦੀ ਜਨਗਣਨਾ ਦੇ ਅਨੁਸਾਰ 60% ਜਨਸੰਖਿਆ ਖੇਤੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਸੀ, ਜਦੋਂ ਕਿ 1996-97 ਵਿੱਚ 64% ਜਨਸੰਖਿਆ ਖੇਤੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਸੀ, ਜਦੋਂ ਕਿ 1966-67 ਵਿੱਚ 64% ਜਨਸੰਖਿਆ ਖੇਤੀ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਸੀ। ਭਾਰਤ ਦੀ 2/3 ਜਨਸੰਖਿਆ ਰੁਜ਼ਗਾਰ ਲਈ ਖੇਤੀ ਖੇਤਰ ਉੱਤੇ ਨਿਰਭਰ ਹੈ। 2/3, ਠੀਕ ਹੈ ਜੀ, 2/3 ਯਾਨੀ ਜੋ ਜਨਸੰਖਿਆ ਆ ਉਹਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਕੀ ਹੈ, ਖੇਤੀ ਦੇ ਉੱਤੇ ਡਿਪੈਂਡ ਹੈ। ਪੰਜਾਬ ਵਿੱਚ 1991 ਦੀ ਜਨਗਣਨਾ ਦੇ ਅਨੁਸਾਰ ਲਗਭਗ 22 ਲੱਖ ਵਿਅਕਤੀ ਕਾਸ਼ਤਕਾਰ ਜਿਹੜੇ ਕੰਮ ਕਰਨ ਵਾਲੇ ਨੇ, ਠੀਕ ਹੈ ਜੀ, ਦੇ ਰੂਪ ਵਿੱਚ ਅਤੇ 12 ਲੱਖ ਵਿਅਕਤੀ ਭੂਮੀਹੀਨ ਖੇਤੀ ਕਿਰਤੀਆਂ ਦੇ ਰੂਪ ਵਿੱਚ ਕਾਰਜ ਕਰ ਰਹੇ ਹਨ। ਇਸ ਲਈ ਖੇਤੀ ਖੇਤਰ ਦੇ ਪਿਛੜੇਪਨ ਅਤੇ ਪੇਂਡੂ ਖੇਤੀ ਖੇਤਰ ਦੇ ਗਰੀਬੀ ਦੇ ਬਾਵਜੂਦ ਵੀ ਭਾਰਤ ਵਿੱਚ ਰੁਜ਼ਗਾਰ ਦਾ ਮੁੱਖ ਸਾਧਨ ਖੇਤੀ ਹੀ ਰਿਹਾ ਹੈ। ਯਾਨੀ ਐਂ ਕਹਿ ਸਕਦੇ ਹਾਂ ਕਿ ਭਾਵੇਂ ਇੱਥੇ ਖੇਤੀ ਦਾ ਇੰਨਾ ਜ਼ਿਆਦਾ ਵਿਕਾਸ ਨਹੀਂ ਹੋਇਆ, ਖੇਤੀ ਪਿਛੜੀ ਹੋਈ ਆ ਔਰ ਇੱਥੋਂ ਦੇ ਲੋਕ ਗਰੀਬ ਨੇ, ਪਰ ਫਿਰ ਵੀ ਕੀ ਹੈ, ਰੁਜ਼ਗਾਰ ਦਾ ਸਭ ਤੋਂ ਵੱਡਾ ਸਾਧਨ ਕੀ ਹੈ, ਖੇਤੀ ਹੈ। ਅਰਥ ਸ਼ਾਸਤਰੀਆਂ ਦੇ ਅਨੁਸਾਰ ਭਾਰਤ ਵਿੱਚ ਉਦਯੋਗਾਂ, ਖਾਸ ਕਰਕੇ ਵੱਡੇ ਪੈਮਾਨੇ ਦੇ ਉਦਯੋਗਾਂ ਵਿੱਚ ਰੁਜ਼ਗਾਰ ਵਧੇਰੇ। ਹੁਣ ਜੋ ਖੇਤੀ ਕੀ ਕਰਦੀ ਹੈ, ਜੋ ਵੱਡੇ ਉਦਯੋਗ ਨੇ ਨਾ, ਉਹਨਾਂ ਦੇ ਵਿੱਚ ਵੀ ਖੇਤੀ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਤੁਸੀਂ ਸੋਚੋਗੇ ਉਦਯੋਗਾਂ ਦੇ ਵਿੱਚ ਕਿਵੇਂ ਆਪਣਾ ਰੋਲ ਅਦਾ ਕਰਦੀ ਹੈ ਖੇਤੀ, ਕਿਉਂਕਿ ਦੇਖੋ ਜਦੋਂ ਮੰਨ ਲਓ ਕੱਪੜੇ ਬਣਾਉਣ ਵਾਲੀ ਫੈਕਟਰੀ ਆ, ਉਹਨੂੰ ਅਗਰ ਜੇ ਕੱਪੜੇ ਬਣਾਉਣੇ ਨੇ ਤਾਂ ਉਹ
ਕੱਚਾ ਮਾਲ ਜਿਹਦੇ ਤੋਂ ਅੱਗੇ ਜਾ ਕੇ ਉਹਨੇ ਚੀਜ਼ ਬਣਾਉਣੀ ਹੁੰਦੀ ਆ। ਤਾਂ ਰੋ ਮਟੀਰੀਅਲ ਉਹਨੂੰ ਕਿੱਥੋਂ ਮਿਲੂਗੀ? ਖੇਤੀ ਤੋਂ ਮਿਲੂਗੀ। ਕਪਾਹ ਉਹਨੂੰ ਖੇਤੀ ਤੋਂ ਮਿਲੂਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਕੱਪੜਾ ਬਣਾਉਣ ਵਾਲੀ ਫੈਕਟਰੀ ਦਾ ਜੋ ਨੀਂਹ ਹੈ ਉਹ ਕੌਣ ਹੈ? ਖੇਤੀ ਹੈ। ਤਾਂ ਖੇਤੀ ਕੀ ਕਰੂਗੀ? ਉਹਨੂੰ ਕਪਾਹ ਪ੍ਰੋਵਾਈਡ ਕਰਵਾਉਗੀ, ਤਾਂ ਹੀ ਤਾਂ ਉਹ ਕੀ ਬਣਾ ਸਕਦੇ ਨੇ? ਕੱਪੜੇ ਬਣਾ ਸਕਦੇ ਨੇ। ਤਾਂ ਉਦਯੋਗਾਂ ਦੇ ਵਿੱਚ ਖੇਤੀ ਦਾ ਬਹੁਤ ਵੱਡਾ ਯੋਗਦਾਨ ਹੈ। ਅਰਥ ਸ਼ਾਸਤਰੀ ਅਨੁਸਾਰ ਭਾਰਤ ਵਿੱਚ ਉਦਯੋਗਾਂ ਖਾਸ ਕਰਕੇ ਵੱਡੇ ਪੈਮਾਨੇ ਦੇ ਉਦਯੋਗਾਂ ਵਿੱਚ ਰੁਜ਼ਗਾਰ ਵਧੇਰੇ ਮਾਤਰਾ ਵਿੱਚ ਪ੍ਰਾਪਤ ਹੋਣ ਦੀ ਨਜ਼ਦੀਕੀ ਭਵਿੱਖ ਵਿੱਚ ਕੋਈ ਸੰਭਾਵਨਾ ਨਹੀਂ ਹੈ। ਯਾਨੀ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਵੱਡੇ ਉਦਯੋਗਾਂ ਨੂੰ ਕੀ ਪ੍ਰੋਵਾਈਡ ਕਰੂਗੀ? ਇਹ ਰੁਜ਼ਗਾਰ ਪ੍ਰੋਵਾਈਡ ਕਰੂਗੀ। ਇਸ ਤਰ੍ਹਾਂ ਭਾਰਤ ਵਿੱਚ ਖੇਤੀ ਖੇਤਰ ਵਰਤਮਾਨ ਸਮੇਂ ਵਿੱਚ ਹੀ ਨਹੀਂ ਬਲਕਿ ਭਵਿੱਖ ਵਿੱਚ ਵੀ ਰੁਜ਼ਗਾਰ ਦਾ ਸਾਧਨ ਬਣੇਗੀ। ਯਾਨੀ ਕਿ ਹੁਣ ਦੇ ਸਮੇਂ ਵਿੱਚ ਇਕੱਲਾ ਖੇਤੀ ਰੁਜ਼ਗਾਰ ਦਾ ਸਾਧਨ ਨਹੀਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਖੇਤੀ ਰੁਜ਼ਗਾਰ ਦਾ ਬਹੁਤ ਵੱਡਾ ਸਾਧਨ ਹੋਵੇਗੀ, ਠੀਕ ਹੈ ਜੀ। ਹੁਣ ਜੋ 4th ਪੁਆਇੰਟ ਹੈ ਖੇਤੀ ਦੀ ਇੰਪੋਰਟੈਂਸ ਦੇ ਵਿੱਚ, ਉਹ ਕੀ ਹੈ? ਖੇਤੀ ਅਤੇ ਉਦਯੋਗ। ਪਹਿਲਾਂ ਆਪਾਂ ਨੇ ਖੇਤੀ ਅਤੇ ਰੁਜ਼ਗਾਰ ਪੜ੍ਹਿਆ ਸੀ, ਹੁਣ ਖੇਤੀ ਅਤੇ ਉਦਯੋਗ ਪੜ੍ਹਦੇ ਹਾਂ, ਠੀਕ ਹੈ ਜੀ। ਉਦਯੋਗਾਂ ਦੇ ਵਿੱਚ ਕੀ ਇੰਪੋਰਟੈਂਸ ਹੈ ਇਹਦਾ? ਭਾਰਤ ਵਰਗੇ ਅਲਪ ਵਿਕਸਿਤ ਦੇਸ਼ ਵਿੱਚ ਅਰਥਵਿਵਸਥਾ ਵਿਕਾਸ ਦੀ ਮੁੱਢਲੀ ਅਰਥਵਿਵਸਥਾ ਵਿੱਚ ਉਦਯੋਗਿਕ ਵਿਕਾਸ ਲਈ ਖੇਤੀ ਦਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਯੋਗਦਾਨ ਹੈ। ਹੁਣ ਭਾਰਤ ਕੀ ਹੈ? ਇੱਕ ਅਲਪ ਵਿਕਸਿਤ ਦੇਸ਼ ਹੈ। ਅਲਪ ਵਿਕਸਿਤ ਯਾਨੀ ਕਿ ਜਿਹਦਾ ਵਿਕਾਸ ਨਹੀਂ ਹੋਇਆ, ਹਾਲੇ ਅਲਪ ਵਿਕਸਿਤ ਹੈ, ਠੀਕ ਹੈ ਜੀ। ਉੱਥੇ ਕੀ ਹੈ? ਆਰਥਿਕ ਵਿਕਾਸ ਦੇ ਲਈ ਮੁੱਢਲੀ ਅਵਸਥਾ ਜਿਹੜੀ ਹੈਗੀ ਆ ਉਹ ਕੀ ਹੈ? ਉਦਯੋਗਾਂ ਦਾ ਵਿਕਾਸ, ਠੀਕ ਹੈ। ਹੁਣ ਉਦਯੋਗਾਂ ਦੇ ਵਿਕਾਸ ਦੇ ਲਈ ਕਿਸ ਤਰ੍ਹਾਂ ਖੇਤੀ ਇੰਪੋਰਟੈਂਟ ਹੈ ਉਹ ਆਪਾਂ ਪੜ੍ਹਦੇ ਹਾਂ। ਉੱਥੇ 5 ਪੁਆਇੰਟ ਦਿੱਤੇ ਹੋਏ ਨੇ ਜਿੱਥੋਂ ਆਪਾਂ ਨੂੰ ਪਤਾ ਚੱਲੂਗਾ ਕਿ ਖੇਤੀ ਦਾ ਕੀ ਇੰਡਸਟਰੀ ਦੇ ਵਿਕਾਸ ਦੇ ਵਿੱਚ ਕਿਵੇਂ ਰੋਲ ਅਦਾ ਕਰਦੀ ਹੈ ਆਪਣਾ। ਉਦਯੋਗਾਂ ਨੂੰ ਸਭ ਤੋਂ ਪਹਿਲਾ ਪੁਆਇੰਟ ਕੀ ਹੈ? ਉਦਯੋਗਾਂ ਨੂੰ ਕੱਚਾ ਮਾਲ ਜਿਵੇਂ ਕਿ ਕਪਾਹ, ਪਟਸਨ, ਗੰਨਾ, ਤਿਲ, ਰਬੜ, ਅਨਾਜ ਆਦਿ ਖੇਤੀ ਖੇਤਰ ਤੋਂ ਹੀ ਪ੍ਰਾਪਤ ਹੋਏ। ਸਾਰੇ ਦੇਖਿਆ ਹੋਊਗਾ ਤਾਂ ਤੁਸੀਂ ਇਹ ਪਹਿਲਾਂ ਖੇਤੀ ਕਰਦੇ ਹੋ ਇਹਨਾਂ ਦੀ। ਫਿਰ ਇਹ ਸਾਰੇ ਜੋ ਅੱਗੇ ਇਹਨਾਂ ਤੋਂ ਜੋ ਚੀਜ਼ਾਂ ਬਣਦੀਆਂ ਹਨ ਉਹ ਇੰਡਸਟਰੀ ਦੇ ਵਿੱਚ ਜਾਂਦੀਆਂ ਨੇ, ਫਿਰ ਉਹ ਇੰਡਸਟਰੀ ਤੋਂ ਬਣਦੀਆਂ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਕੌਣ ਪ੍ਰੋਵਾਈਡ ਕਰਦਾ? ਖੇਤੀ ਸਭ ਤੋਂ ਪਹਿਲਾਂ ਇੰਪੋਰਟੈਂਸ, ਠੀਕ ਹੈ ਜੀ। ਰॉ ਮਟੀਰੀਅਲ ਦਿੰਦਾ ਆ ਖੇਤੀ। ਸੈਕੰਡ ਕੀ ਹੈ? ਖੇਤੀ ਵਿੱਚ ਉਤਪਾਦਕਤਾ ਵਧਣ ਨਾਲ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਦਯੋਗਾਂ ਰਾਹੀਂ ਬਣਾਈਆਂ ਗਈਆਂ ਵਸਤਾਂ ਦੀ ਵਧੇਰੀ ਮੰਗ ਕਰਨਗੇ। ਹੁਣ ਸੋਚੋ ਕਿ ਜੇ ਖੇਤੀ ਉਤਪਾਦਨ ਜੇ ਵਧੂਗਾ, ਜੇ ਮੰਨ ਲਓ ਕਪਾਹ ਜ਼ਿਆਦਾ ਹੋਊਗਾ, ਗੰਨਾ ਜ਼ਿਆਦਾ ਹੋਊਗਾ, ਤਿਲ, ਰਬੜ, ਇਹ ਸਾਰੀਆਂ ਚੀਜ਼ਾਂ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣਗੀਆਂ ਤਾਂ ਇੰਡਸਟਰੀ ਦੇ ਵਿੱਚ ਇਹਨਾਂ ਦੀ ਸਪਲਾਈ ਹੋਊਗੀ ਤਾਂ ਇੰਡਸਟਰੀ ਕੀ ਕਰਨਗੇ? ਜ਼ਿਆਦਾ ਤੋਂ ਜ਼ਿਆਦਾ ਸਮਾਨ ਬਣਾਉਣਗੇ। ਤਾਂ ਹੁਣ ਜਿਹੜੇ ਇੰਪਲੋਈ ਕੰਮ ਕਰਦੇ ਨੇ ਫੈਕਟਰੀ ਦੇ ਵਿੱਚੋਂ ਉਹਨਾਂ ਦੀ ਕੀ ਵਧੂਗੀ? ਇਨਕਮ ਵਧੂਗੀ। ਹੁਣ ਜਦੋਂ ਆਮਦਨ ਵਧੂਗੀ ਤਾਂ ਬੰਦਾ ਕਹੂਗਾ ਕਿ ਚੱਲ ਹੁਣ ਆਮਦਨ ਵੱਧ ਗਈ, ਹੁਣ ਆਪਾਂ ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਹਾਂ, ਜਿਨ੍ਹਾਂ ਨੂੰ ਸੋਚਿਆ ਸੀ ਅਸੀਂ ਹੁਣ ਉਹ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਹਾਂ, ਠੀਕ ਹੈ ਜੀ। ਤਾਂ ਉਹ ਖਰਚ ਕਰਨਗੇ, ਤਾਂ ਖਰਚ ਕਰਨ ਲਈ ਤਾਂ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹਨਾਂ ਦੀ ਮੰਗ ਜ਼ਿਆਦਾ ਕਰਨਗੇ। ਤਾਂ ਇੱਕ ਤਰੀਕੇ ਨਾਲ ਕੀ ਕਰਦੀ ਹੈ ਉਤਪਾਦਕ, ਅਗਰ ਜੇ ਖੇਤੀ ਦਾ ਉਤਪਾਦਕ ਵੱਧਦਾ ਆ ਤਾਂ ਇਹਦੇ ਨਾਲ ਆਮਦਨ ਵੱਧਦੀ ਹੈ। ਆਮਦਨ ਵਧਣ ਦੇ ਨਾਲ ਕੀ ਵੱਧਦੀ ਹੈ? ਮੰਗ ਵੱਧਦੀ ਹੈ ਮਜ਼ਦੂਰਾਂ ਦੀ, ਠੀਕ ਹੈ ਜੀ। ਔਰ 3rd ਪੁਆਇੰਟ ਕੀ ਹੈ ਖੇਤੀ ਦੀ ਇੰਪੋਰਟੈਂਸ? ਖੇਤੀ ਵਿੱਚ ਉਤਪਾਦਕਤਾ ਵਧਣ ਕਾਰਨ ਖੇਤੀ ਖੇਤਰ ਵਿੱਚ ਮਜ਼ਦੂਰਾਂ ਦੀ ਮੰਗ ਘੱਟ ਹੋ ਜਾਵੇਗੀ। ਉਹ ਮਜ਼ਦੂਰ ਉਦਯੋਗਾਂ ਵਿੱਚ ਕੰਮ ਕਰ ਸਕਣਗੇ। ਹੁਣ ਜੇ ਮੰਨ ਲਓ ਖੇਤੀ ਦੇ ਉੱਤੇ ਮੰਨ ਲਓ ਪਹਿਲਾਂ ਜਿਹੜੇ ਵਿਅਕਤੀ ਸੀਗੇ ਖੇਤੀ ਦੇ ਮੰਨ ਲਓ 50 ਵਿਅਕਤੀ ਕੰਮ ਕਰਦੇ ਸੀਗੇ 2 ਏਕੜ ਜ਼ਮੀਨ ਦੇ ਵਿੱਚ। 50 ਕੁਝ ਜ਼ਿਆਦਾ ਹੀ ਲੈ ਗਈ ਮੈਂ, ਸੌਰੀ, 8 ਮੰਨ ਲਓ, ਠੀਕ ਹੈ ਜੀ। 8 ਮੰਨ ਲਓ 2 ਏਕੜ ਜ਼ਮੀਨ ਦੇ ਵਿੱਚ ਨਾ 2 ਏਕੜ ਜ਼ਮੀਨ ਦੇ ਵਿੱਚ 8 ਵਿਅਕਤੀ ਕੰਮ ਕਰਦੇ ਨੇ, ਠੀਕ ਹੈ। ਹੁਣ ਇਹਨਾਂ ਨੇ ਇੰਨਾ ਜ਼ਿਆਦਾ ਪ੍ਰੋਡਕਸ਼ਨ ਕਰਤਾ ਕਿ ਉਹ ਸਾਰਾ ਪ੍ਰੋਡਕਸ਼ਨ ਕੀ ਹੋ ਗਿਆ? ਆ ਫੈਕਟਰੀ ਦੇ ਵਿੱਚ ਚਲਾ ਗਿਆ। ਜਿੱਥੇ ਫੈਕਟਰੀ ਦੇ ਵਿੱਚ ਸਿਰਫ 4-5 ਟਨ ਮਾਲ ਬਣਦਾ ਹੁੰਦਾ ਸੀਗਾ, ਇਹਨਾਂ ਦੁਆਰਾ ਜੋ ਕੱਚਾ ਮਾਲ ਸਪਲਾਈ ਹੁੰਦਾ ਸੀ ਖੇਤੀ ਦੁਆਰਾ, ਹੁਣ ਜ਼ਿਆਦਾ ਉਹ ਸਪਲਾਈ ਕਰਨ ਲੱਗੇ, ਜ਼ਿਆਦਾ ਮਾਲ ਆਉਣ ਲੱਗੇ ਤਾਂ ਇਹ ਦੂਸਰੀ ਇੰਡਸਟਰੀ ਦੇ ਵਿੱਚ ਗਈ, ਫਿਰ ਤੀਸਰੀ ਇੰਡਸਟਰੀ ਦੇ ਵਿੱਚ ਗਈ, ਐਵੇਂ ਸਾਰੇ ਇੰਡਸਟਰੀ ਦੇ ਵਿੱਚ ਗਈ। ਤਾਂ ਹੁਣ ਉਹ ਜਿੱਥੇ ਉਹ 4 ਟਨ ਕਰਦੇ ਹੁੰਦੇ ਸੀਗੇ ਉੱਥੇ ਹੁਣ ਕੀ ਹੋ ਗਿਆ 6-6 ਟਨ ਕਰਨ ਲੱਗ ਗਏ। 6 ਟਨ, ਕੋਈ 7 ਟਨ, ਕੋਈ 8 ਟਨ ਵਧਾਉਣ ਲੱਗ ਗਿਆ। ਤਾਂ ਹੁਣ ਇਹਨਾਂ ਨੂੰ ਇਹ ਐਂ ਤਾਂ ਹੈ ਨਹੀਂ ਕਿ ਉਹ ਕੱਚਾ ਮਾਲ ਖਰੀਦ ਲੈਣਗੇ ਤਾਂ ਉਹ ਆਪਣੇ ਆਪ ਹੀ ਬਣਨ ਲੱਗ ਜੂਗਾ। ਉਹਦੇ ਲਈ ਮਜ਼ਦੂਰ ਦੀ ਜ਼ਰੂਰਤ ਪਊਗੀ। ਤਾਂ ਇਹ ਕੀ ਕਹਿਣਗੇ ਕਿ ਖੇਤੀ ਦੇ ਵਿੱਚ ਜਿਹੜੇ ਬੰਦੇ ਵਾਧੂ ਲੱਗੇ ਹੋਣਗੇ ਕਹਿਣਗੇ ਤੁਸੀਂ ਐਂ ਕਰੋ, ਸਾਡੇ ਕੋਲ ਆ ਕੇ ਕੰਮ ਕਰੋ, ਜਿੰਨਾ ਤੁਹਾਨੂੰ ਖੇਤੀ ਤੋਂ ਪ੍ਰਾਪਤ ਹੁੰਦਾ ਉਹ ਤੋਂ ਅਸੀਂ ਤੁਹਾਨੂੰ ਥੋੜ੍ਹਾ ਜ਼ਿਆਦਾ ਇਨਕਮ ਦੇਵਾਂਗੇ। ਤਾਂ ਲੋਕ ਕੀ ਕਹਿਣਗੇ, ਚਲੋ ਹੁਣ ਖੇਤੀ ਆਪਾਂ ਉਦਯੋਗਾਂ ਦੇ ਵਿੱਚ ਕੰਮ ਕਰ ਲੈਂਦੇ, ਨਾਲੇ ਪੈਸੇ ਤਾਂ ਸਾਡੇ ਖੇਤੀ ਨਾਲੋਂ ਵੱਧ ਨੇ, ਉਹ ਆ ਕੇ ਇੱਥੇ ਕੰਮ ਕਰਨ ਲੱਗ ਜਾਣਗੇ।
ਤਾਂ ਇੱਕ ਤਰੀਕੇ ਨਾਲ ਕੀ ਹੋਊਗਾ, ਇੱਥੇ ਜੋ ਖੇਤੀ ਦੇ ਉੱਤੇ ਜਿਹੜੇ 8 ਮਜ਼ਦੂਰ ਕੰਮ ਕਰਦੇ ਸੀ ਉਹ ਹੁਣ ਇੱਥੇ 5 ਮਜ਼ਦੂਰ ਕਰਨਗੇ, 3 ਮਜ਼ਦੂਰ ਇੱਧਰ ਇੰਡਸਟਰੀ ਦੇ ਵਿੱਚ ਆ ਕੇ ਕੰਮ ਕਰਨ ਲੱਗ ਜਾਣਗੇ। ਤਾਂ ਇੱਕ ਤਰੀਕੇ ਨਾਲ ਕੀ ਹੋਇਆ, ਖੇਤੀ ਦੇ ਉੱਤੇ ਜੋ ਮਜ਼ਦੂਰਾਂ ਦਾ ਭਾਰ ਪੈਂਦਾ ਸੀ, ਬੋਝ ਪੈਂਦਾ ਸੀ, ਉਹ ਕੀ ਹੋ ਗਿਆ, ਘਟ ਗਿਆ। ਹੁਣ ਕਿਉਂ, ਕਿਉਂਕਿ ਹੁਣ ਇੰਡਸਟਰੀ ਦੇ ਵਿੱਚ ਮਜ਼ਦੂਰਾਂ ਦੀ ਜ਼ਰੂਰਤ ਪੈਣ ਲੱਗ ਗਈ। ਇਸ ਤਰ੍ਹਾਂ ਨਾਲ ਕੀ ਹੋਊਗਾ, ਅਗਰ ਜੇ ਉਤਪਾਦਨ ਵਧੂਗਾ ਤਾਂ ਮਜ਼ਦੂਰਾਂ ਦੀ ਜਿਹੜੀ ਹੈਗੀ ਮੰਗ ਵਧੂਗੀ। ਕਿੱਥੇ ਮੰਗ ਵਧੂਗੀ, ਮਜ਼ਦੂਰਾਂ ਦੀ ਮੰਗ ਕਿੱਥੇ ਵਧੂਗੀ, ਇੰਡਸਟਰੀ ਖੇਤਰ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੀ ਹੈ, ਉਦਯੋਗਿਕ ਵਿਕਾਸ ਦੇ ਕਾਰਨ ਆਮਦਨ ਵਿੱਚ ਵਾਧਾ ਹੋਊਗਾ। ਹੁਣ ਜਦੋਂ ਮੰਨ ਲਓ ਪ੍ਰੋਡਕਸ਼ਨ ਹੋਊਗੀ, ਉਦਯੋਗਾਂ ਦੇ ਵਿੱਚ ਮਜ਼ਦੂਰਾਂ ਨੂੰ ਬੁਲਾਉਣਗੇ ਕਿ ਤੁਸੀਂ ਸਾਡੇ ਕੋਲ ਕੰਮ ਕਰਨ ਆਓ, ਤਾਂ ਉਹ ਕੰਮ ਕਰਨ ਆਉਣਗੇ ਤਾਂ ਪ੍ਰੋਡਕਸ਼ਨ ਕਰਨਗੇ। ਤਾਂ ਪ੍ਰੋਡਕਸ਼ਨ ਜਿੰਨੇ ਜ਼ਿਆਦਾ ਮਜ਼ਦੂਰ ਆ ਕੇ ਕੰਮ ਕਰਨਗੇ ਉਨੇ ਜ਼ਿਆਦਾ ਪ੍ਰੋਡਕਸ਼ਨ ਹੋਊਗੀ। ਠੀਕ ਹੈ ਜੀ। ਤਾਂ ਪ੍ਰੋਡਕਸ਼ਨ ਜ਼ਿਆਦਾ ਹੋਊਗੀ ਤਾਂ ਲੋਕ ਕੀ ਕਰਨਗੇ, ਲੋਕਾਂ ਦੀ ਕੀ ਹੋਊਗੀ, ਇਨਕਮ ਇਨਕਰੀਜ਼ ਹੋਊਗੀ। ਇਨਕਮ ਇਨਕਰੀਜ਼ ਹੋਊਗੀ ਕਿਉਂਕਿ ਉਹ ਅਗਰ ਜੇ ਪ੍ਰੋਡਕਸ਼ਨ ਜ਼ਿਆਦਾ ਕਰਨਗੇ ਤਾਂ ਮਾਲ ਵਿਕੂਗਾ। ਮਾਲ ਵਿਕੂਗਾ ਤਾਂ ਕਹਿਣਗੇ ਕਿ ਆ ਸਾਨੂੰ ਇੰਨੀ ਪ੍ਰੋਫਿਟ ਹੋ ਰਹੀ ਹੈ, ਤੁਹਾਡੀ ਇੰਨੀ ਇਨਕਮ ਹੈ। ਕਿਉਂਕਿ ਖੇਤੀ ਖੇਤਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਨਾ ਕਿ ਅਸੀਂ ਤੁਹਾਡੇ ਤੋਂ ਜ਼ਿਆਦਾ ਹੁਣ ਇਨਕਮ ਦੇਵਾਂਗੇ, ਖੇਤੀ ਤੋਂ ਜਿੰਨਾ ਤੁਹਾਨੂੰ ਪ੍ਰਾਪਤ ਹੋ ਰਿਹਾ ਉਸ ਤੋਂ ਜ਼ਿਆਦਾ ਦਾਮ ਦੇਵਾਂਗੇ, ਤੁਸੀਂ ਆ ਕੇ ਸਾਡੇ ਕੋਲ ਕੰਮ ਕਰੋ। ਤਾਂ ਇਨਕਮ ਵਧੂਗੀ। ਤਾਂ ਇਨਕਮ ਵਧਣ ਦੇ ਨਾਲ ਅਨਾਜ ਦੀ ਮੰਗ ਵਧੇਰੇ ਹੋਣ ਨਾਲ ਖੇਤੀ ਦਾ ਵਿਕਾਸ ਵੀ ਹੋਵੇਗਾ। ਤਾਂ ਉਹ ਕੀ ਕਰਨਗੇ, ਹੁਣ ਜਿਹੜੇ ਆਮਦਨ ਵਧੂਗੀ ਤਾਂ ਉਹ ਕੀ ਕਰਨਗੇ, ਜ਼ਿਆਦਾ ਅਨਾਜ ਦੀ ਮੰਗ ਕਰਨਗੇ। ਮਤਲਬ ਆਪਣੇ ਹੁਣ ਜਿਹੜੇ ਗਰੀਬ ਲੋਕ ਨੇ ਉਹ ਆਪਣੀਆਂ ਜ਼ਰੂਰਤਾਂ ਜਿਹੜੀ ਹੈਗੀਆਂ ਨੇ ਪੂਰਾ ਕਰਨ ਦੇ ਲਈ ਕੀ ਕਰਨਗੇ, ਚੀਜ਼ਾਂ ਦੀ ਮੰਗ ਕਰਨਗੇ, ਅਨਾਜ ਦੀ ਮੰਗ ਕਰਨਗੇ। ਠੀਕ ਹੈ ਜੀ। ਅਤੇ ਇਹਦੇ ਨਾਲ ਕੀ ਹੋਊਗਾ, ਖੇਤੀ ਦਾ ਵਿਕਾਸ ਵੀ ਹੋਊਗਾ। ਇੱਕ ਤਰੀਕੇ ਨਾਲ ਖੇਤੀ ਕੀ ਆ, ਅਗਰ ਖੇਤੀ ਵਧੂ ਉਦਯੋਗ ਵਧੂ, ਉਦਯੋਗ ਵਧੂ ਤਾਂ ਖੇਤੀ ਵਧੂ। ਇਹ ਦੋਨੇ ਜਿਹੜੇ ਨੇ ਆਪਸ ਦੇ ਵਿੱਚ ਕੀ ਨੇ, ਇੰਟਰਲਿੰਕਡ ਨੇ। ਠੀਕ ਹੈ ਜੀ। ਫਿਫਥ ਕੀ ਹੈ, ਕਈ ਕੁਟੀਰ ਉਦਯੋਗਾਂ ਜਿਵੇਂ ਕਿ ਕੁਟੀਰ ਉਦਯੋਗ ਕਿਹੜੇ ਹੁੰਦੇ ਨੇ, ਕੁਟੀਰ ਉਦਯੋਗ ਉਹ ਹੁੰਦੇ ਨੇ ਜਿਹੜੇ ਕਿ ਛੋਟੇ ਉਦਯੋਗ ਹੁੰਦੇ ਨੇ। ਠੀਕ ਹੈ ਜੀ। ਛੋਟੇ ਲਘੂ ਉਦਯੋਗ, ਕੁਟੀਰ ਉਦਯੋਗ ਔਰ ਇਹ ਸਾਰੇ ਕੀ ਨੇ, ਛੋਟੇ ਛੋਟੇ ਉਦਯੋਗ ਨੇ। ਠੀਕ ਹੈ ਜੀ। ਤਾਂ ਕੁਟੀਰ ਉਦਯੋਗਾਂ ਜਿਵੇਂ ਕਿ ਤੇਲ ਕੱਢਣਾ, ਹੱਥ ਖੱਡੀ ਵਰਗੇ ਉਦਯੋਗਾਂ ਨੂੰ ਕੱਚੇ ਮਾਲ ਲਈ ਖੇਤੀ ਖੇਤਰ ਉੱਪਰ ਨਿਰਭਰ ਰਹਿਣਾ ਪੈਂਦਾ। ਹੁਣ ਜਿਹੜੇ ਛੋਟੇ ਛੋਟੇ ਉਦਯੋਗ ਨੇ ਉਹਨਾਂ ਨੂੰ ਕੱਚਾ ਮਾਲ ਕਿੱਥੋਂ ਮਿਲਦਾ ਗਾ, ਖੇਤੀ ਖੇਤਰ ਤੋਂ ਹੀ ਮਿਲਦਾ ਗਾ। ਤਾਂ ਇੱਥੇ ਪੜ੍ਹ ਲਿਆ ਕਿ ਖੇਤੀ ਅਤੇ ਉਦਯੋਗ, ਖੇਤੀ ਦੇ ਵਿਕਾਸ ਨਾਲ ਉਦਯੋਗਾਂ ਦਾ ਵਿਕਾਸ ਹੋਊਗਾ। ਉਹ ਕਿਵੇਂ ਹੋਊਗਾ, ਇਹ 5 ਪੁਆਇੰਟ ਦੱਸੇ ਨੇ। ਕਿਵੇਂ, ਸਭ ਤੋਂ ਪਹਿਲਾਂ ਰॉ ਮਟੀਰੀਅਲ ਮਿਲੂਗਾ। ਸੈਕੰਡ ਕੀ ਹੋਊਗਾ ਕਿ ਉਹਨਾਂ ਦੀ ਆਮਦਨ ਵਧੂਗੀ ਖੇਤੀ ਦੇ ਵਿਕਾਸ ਦੇ ਨਾਲ। ਅਤੇ ਦੂਸਰਾ ਲੋਕਾਂ ਨੂੰ ਰੁਜ਼ਗਾਰ ਮਿਲੂਗਾ। ਅਤੇ ਚੌਥਾ ਕੀ ਹੈ, ਉਹਨਾਂ ਦੀ ਆਮਦਨ ਇਨਕਰੀਜ਼ ਹੋਊਗੀ ਔਰ ਉਹ ਮੰਗ ਕਰਨਗੇ। ਔਰ ਪੰਜਵਾਂ ਪੁਆਇੰਟ ਕੀ ਹੈ, ਜੋ ਕੁਟੀਰ ਉਦਯੋਗ ਨੇ ਉਹਨਾਂ ਨੂੰ ਕੱਚਾ ਮਾਲ ਜੋ ਖੇਤੀ ਤੋਂ ਪ੍ਰਾਪਤ ਖੇਤੀ ਦੇ ਉੱਤੇ ਡਿਪੈਂਡ ਰਹਿੰਦੇ ਨੇ, ਉਹਨਾਂ ਨੂੰ ਖੇਤੀ ਤੋਂ ਵਧੀਆ ਮਾਲ ਮਿਲੂਗਾ। ਤਾਂ ਇੱਕ ਤਰੀਕੇ ਨਾਲ ਖੇਤੀ ਦੇ ਵਿਕਾਸ ਨਾਲ ਕੁਟੀਰ ਉਦਯੋਗਾਂ ਦਾ ਵੀ ਵਿਕਾਸ ਹੋਊਗਾ। ਠੀਕ ਹੈ ਜੀ। ਹੁਣ ਫਿਫਥ ਕੀ ਹੈ ਇੰਪੋਰਟੈਂਸ ਐਗਰੀਕਲਚਰ ਦਾ, ਜੀਵ ਨਿਰਵਾਹ ਦਾ ਸਾਧਨ। ਹੁਣ ਖੇਤੀ ਕੀ ਹੈ, ਇੱਕ ਸੋਰਸ ਆਫ ਲਾਈਵਲੀਹੁੱਡ ਹੈ। ਠੀਕ ਹੈ ਜੀ। ਭਾਰਤੀ ਕਿਸਾਨਾਂ ਲਈ ਖੇਤੀ ਜੀਵਨ ਨਿਰਵਾਹ ਦੇ ਮੁੱਖ ਸਾਧਨ ਹੈ। ਹੁਣ ਕਿਸਾਨ ਜਿਹੜੇ ਨੇ ਉਹ ਆਪਣਾ ਜੀਵਨ ਨਿਰਵਾਹ ਕਿਵੇਂ ਕਰਦੇ ਨੇ, ਖੇਤੀ ਤੋਂ ਹੀ ਕਰਦੇ ਨੇ। ਖੇਤੀ 'ਚੋਂ ਹੀ ਅਨਾਜ ਪੈਦਾ ਕੀਤਾ, ਉਹਨੂੰ ਆਪਣੇ ਲਈ ਰੱਖ ਕੇ ਬਾਕੀ ਨੂੰ ਵੇਚ ਦਿੰਦੇ ਨੇ, ਉੱਥੋਂ ਇਨਕਮ ਪ੍ਰਾਪਤ ਕਰ ਲੈਂਦੇ ਨੇ। ਤਾਂ ਇੱਕ ਤਰੀਕੇ ਨਾਲ ਖੇਤੀ ਕੀ ਹੈ, ਇੱਕ ਜੀਵਨ ਨਿਰਵਾਹ ਦਾ ਸਾਧਨ ਹੈ। ਭਾਰਤ ਵਿੱਚ ਗੈਰ ਖੇਤੀ ਪੇਂਡੂ ਪਰਿਵਾਰ ਜਿਵੇਂ ਜੁਲਾਹੇ, ਦਸਤਕਾਰ, ਨਾਈ, ਧੋਬੀ ਆਦਿ ਦਾ ਆਮਦਨ ਦਾ ਵੀ ਮਹੱਤਵਪੂਰਨ ਸਾਧਨ ਖੇਤੀ ਹੀ ਹੈ। ਹੁਣ ਜਿਹੜੇ ਖੇਤੀ ਨਹੀਂ ਕਰਦੇ, ਖੇਤੀ ਜਿਹੜੇ ਵਿਅਕਤੀ ਨਹੀਂ ਕਰਦੇ ਜਿਵੇਂ ਕਿ ਜੁਲਾਹੇ ਹੋ ਗਏ, ਦਸਤਕਾਰ ਹੋ ਗਏ, ਨਾਈ ਹੋ ਗਏ, ਧੋਬੀ ਹੋ ਗਏ। ਠੀਕ ਹੈ ਜੀ। ਹੋਰ ਵੀ ਜੁੱਤੀਆਂ ਬਣਾਉਣ ਵਾਲੇ, ਹੋਰ ਵੀ ਜਿੰਨੇ ਵੀ ਹੈਗੇ ਨੇ ਜੋ ਖੇਤੀ ਨਹੀਂ ਕਰਦੇ, ਉਹਨਾਂ ਦੀ ਇਨਕਮ ਵੀ ਕੀ ਹੋਊਗੀ, ਇਨਕਰੀਜ਼ ਹੋਊਗੀ ਅਗਰ ਜੇ ਖੇਤੀ ਦਾ ਵਿਕਾਸ ਹੋਊਗਾ। ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ, ਇੰਡਸਟਰੀ ਔਰ ਜੋ ਉਹ ਹੈ ਐਗਰੀਕਲਚਰ ਆਪਸ ਦੇ ਵਿੱਚ ਕੀ ਨੇ, ਜੁੜੇ ਹੋਏ ਨੇ। ਜ਼ਿਆਦਾਤਰ ਪੇਂਡੂ ਪਰਿਵਾਰ ਆਪਣੇ ਸਹਾਇਕ ਰੁਜ਼ਗਾਰ ਲਈ ਖੇਤੀ ਉੱਪਰ ਹੀ ਨਿਰਭਰ ਕਰਦੇ। ਹੁਣ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਉਹ ਕਿਹਦੇ ਉੱਤੇ ਨਿਰਭਰ ਨੇ, ਖੇਤੀ ਦੇ ਉੱਤੇ ਹੀ ਨਿਰਭਰ ਨੇ। ਜ਼ਿਆਦਾਤਰ ਪਰਿਵਾਰ ਖੇਤੀ ਦੇ ਉੱਤੇ ਹੀ ਨਿਰਭਰ ਨੇ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕੀ ਹੋਊਗਾ ਕਿ ਇਹ ਕੀ ਹੈ, ਇੱਕ ਜੀਵਨ ਨਿਰਵਾਹ ਦਾ ਸਾਧਨ ਹੈ। ਠੀਕ ਹੈ ਜੀ। ਸਿਕਸਥ ਪੁਆਇੰਟ ਕੀ ਹੈ ਆਪਣਾ, ਖੇਤੀ ਅਤੇ ਵਿਦੇਸ਼ੀ ਵਪਾਰ। ਹੁਣ ਖੇਤੀ ਤਾਂ ਕਰਦੇ ਹਾਂ, ਨਾਲ ਦੇ ਨਾਲ ਆਪਾਂ ਵਪਾਰ ਆਪਾਂ ਵੇਚਦੇ ਵੀ ਹਾਂ ਖੇਤੀ ਤੋਂ ਬਣਾ ਕੇ ਸਮਾਨ। ਤਾਂ ਉਹ ਚਾਹੇ ਅਸੀਂ ਆਪਾਂ ਇੱਕ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ ਭੇਜੀਏ, ਜਾਂ ਇੱਕ ਸਟੇਟ ਤੋਂ ਹੀ ਆਪਾਂ ਕਿਤੇ ਆਪਣੇ ਨਾਲ ਦੇ ਕਿਸੇ ਸ਼ਹਿਰ ਦੇ ਵਿੱਚ ਭੇਜੀਏ, ਜਾਂ ਪਿੰਡ ਦੇ ਵਿੱਚ ਭੇਜੀਏ। ਠੀਕ ਹੈ। ਜੇ ਕੋਈ ਜ਼ਿਲ੍ਹੇ ਦੇ ਵਿੱਚ ਭੇਜੀਏ, ਜਾਂ ਫਿਰ ਉਹੀ ਆਪਾਂ ਕਿਤੇ ਬਾਹਰ ਵਪਾਰ ਕਰੀਏ, ਕਿਸੇ ਇੰਟਰਨੈਸ਼ਨਲ ਦੇ ਵਿੱਚ ਕੰਟਰੀ ਦੇ ਵਿੱਚ ਆਪਾਂ ਵਪਾਰ ਕਰੀਏ। ਠੀਕ ਹੈ ਜੀ।
ਭਾਰਤ ਵਿਦੇਸ਼ੀ ਵਪਾਰ ਵਿੱਚ ਖੇਤੀ ਦਾ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਹੈ ਇਹਦਾ। ਖੇਤ ਦੇ ਕੁੱਲ ਨਿਰਯਾਤ ਵਿੱਚ ਖੇਤੀ ਪ੍ਰਦਾਤਾ ਦਾ ਯੋਗਦਾਨ, ਹੁਣ ਜ਼ਿਆਦਾਤਰ ਜਿਹੜਾ ਨਿਰਯਾਤ ਜਿੰਨਾ ਵੀ ਕਰਦੇ ਆ ਨਾ ਦੇਸ਼ ਦਾ, ਕੁੱਲ ਨਿਰਯਾਤ ਦੇ ਵਿੱਚ ਜ਼ਿਆਦਾਤਰ ਯੋਗਦਾਨ ਕਿਹਦਾ ਹੈ? ਖੇਤੀ ਖੇਤਰ ਦਾ ਆ। ਅਗਰ ਕੋਈ ਪੁੱਛੇ ਕਿ ਕੁੱਲ ਨਿਰਯਾਤ ਦੇ ਵਿੱਚ ਸਭ ਤੋਂ ਜ਼ਿਆਦਾ ਕਿਹਦਾ ਯੋਗਦਾਨ ਹੈ, ਉਹ ਕਿਹਦਾ ਹੈ? ਖੇਤੀ ਦਾ ਹੈ। ਭਾਰਤ ਤੋਂ ਚਾਹ, ਪਟਸਨ, ਕਾਜੂ, ਤੰਬਾਕੂ, ਕੌਫੀ, ਮਸਾਲੇ ਆਦਿ ਵਧੇਰੇ ਮਾਤਰਾ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਜਿਹੜੇ ਖੇਤੀ ਤੋਂ ਪੈਦਾ ਕੀਤੇ ਜਾਂਦੇ ਨੇ, ਚਾਹ, ਕਪਾਹ, ਕਾਜੂ, ਇਹ ਸਾਰੇ ਮਸਾਲੇ, ਜੋ ਵੀ ਮਸਾਲੇ ਤੇ ਪੈਦਾ ਕੀਤੇ ਜਾਂਦੇ ਨੇ, ਇਹਨਾਂ ਦਾ ਵਪਾਰ ਕੀਤਾ ਜਾਂਦਾ ਗਾ, ਵੇਚਿਆ ਜਾਂਦਾ ਗਾ, ਤੇ ਸਾਰੇ ਕੀ ਨੇ? ਨਿਰਯਾਤ ਕੀਤੇ ਜਾਂਦੇ ਨੇ। ਤਾਂ ਇੱਕ ਤਰੀਕੇ ਨਾਲ ਨਿਰਯਾਤ ਦੇ ਵਿੱਚ ਵੀ ਇਹਦਾ ਬਹੁਤ ਮਹੱਤਵਪੂਰਨ ਉਹ ਹੈ, ਕੰਟਰੀਬਿਊਸ਼ਨ ਹੈ। ਠੀਕ ਹੈ। 7th ਪੁਆਇੰਟ ਕੀ ਹੈ ਆਪਣਾ? ਆਂਤਰਿਕ ਵਪਾਰ, ਇੰਟਰਨਲ ਟ੍ਰੇਡ, ਇੰਟਰਨਲ, ਠੀਕ ਹੈ, ਜੋ ਅੰਦਰ ਵਪਾਰ ਕੀਤਾ ਜਾਂਦਾ ਇੱਕ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ। ਭਾਰਤ ਦੇ ਜ਼ਿਆਦਾਤਰ ਲੋਕ ਆਪਣੀ ਆਮਦਨ ਦਾ 80% ਤੋਂ ਵੀ ਵੱਧ ਹਿੱਸਾ ਅਨਾਜ, ਚਾਹ, ਖੰਡ, ਦੁੱਧ ਆਦਿ ਉੱਤੇ ਖਰਚ ਕਰ ਦਿੰਦੇ ਹਨ। ਇਸ ਲਈ ਦੇਸ਼ ਦੇ ਆਂਤਰਿਕ ਵਪਾਰ ਵਿੱਚ ਵੀ ਖੇਤੀ ਦਾ ਬਹੁਤ ਵਧੇਰੇ ਮਹੱਤਵ ਹੈ। ਅਨਾਜ ਦੇ ਵਪਾਰ ਤੋਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਆਮਦਨ ਪ੍ਰਾਪਤ ਹੁੰਦੀ ਹੈ। ਇੱਕ ਤਾਂ ਰੁਜ਼ਗਾਰ ਮਿਲਦਾ ਔਰ ਸਰਕਾਰ ਨੂੰ ਇਨਕਮ ਟੈਕਸ ਦੇ ਰੂਪ ਵਿੱਚ ਆਮਦਨ ਮਿਲਦੀ ਹੈ, ਕਿਉਂਕਿ ਅਨਾਜ ਦੇ ਉੱਤੇ ਵੀ ਟੈਕਸ ਲੱਗਦਾ ਗਾ। ਠੀਕ ਹੈ ਜੀ। ਔਰ ਇਹਦੇ ਵਿੱਚ ਜੋ ਕਹਿਣ ਦਾ ਮਤਲਬ ਇਹ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਆਪਣਾ ਆਮਦਨ ਕਿਹਦੇ ਤੇ ਖਰਚ ਕਰਦੇ ਨੇ? ਉਪਭੋਗ, ਜੋ ਉਹਨਾਂ ਦੀਆਂ ਅਨਾਜ, ਚਾਹ, ਖੰਡ, ਕੌਫੀ, ਤਿਲਹਨ, ਕਪਾਹ, ਤੇਲ, ਇਹ ਪਟਸਨ, ਇਹ ਸਭ ਚੀਜ਼ਾਂ ਦੇ ਉੱਤੇ ਜ਼ਿਆਦਾ ਖਰਚ ਕਰਦੇ ਨੇ, ਕਿਉਂਕਿ ਇਹੀ ਤਾਂ ਉਹਨਾਂ ਦੀ ਮੂਲਭੂਤ ਜ਼ਰੂਰਤ ਨੇ। ਠੀਕ ਹੈ ਜੀ, ਜ਼ਰੂਰਤਾਂ ਨੇ, ਇਹਦੇ ਉੱਤੇ ਖਰਚ ਕਰਦੇ ਨੇ। ਤਾਂ ਅਗਰ ਜੇ ਇਹਨਾਂ ਨੂੰ ਹੀ ਆਪਾਂ ਇੱਕ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ ਭੇਜਾਂਗੇ, ਕਿਉਂਕਿ ਦੇਖੋ ਮੰਨ ਲਓ ਅਸਾਮ ਦੇ ਵਿੱਚ ਅਸਾਮ ਦੇ ਵਿੱਚ ਕੀ ਹੁੰਦਾ? ਜ਼ਿਆਦਾ ਚਾਹ ਪੈਦਾ ਕੀਤੀ ਜਾਂਦੀ ਆ। ਹੋਰ ਕੋਈ ਸਟੇਟ ਦੇ ਵਿੱਚ ਜੇ ਮੰਨ ਲਓ ਹੋਰ ਕਿਤੇ ਚਾਹ ਇੰਨਾ ਜ਼ਿਆਦਾ ਨਹੀਂ ਵਿਕਦਾ, ਤਾਂ ਇਹ ਅਸਾਮ ਤੋਂ ਕਿਤੇ ਦੂਸਰੇ ਸਟੇਟ ਦੇ ਵਿੱਚ ਐਂ ਉਹ ਕਰਨਗੇ, ਨਿਰਯਾਤ ਕਰਨਗੇ। ਫਿਰ ਮੰਨ ਲਓ ਹੁਣ ਰਾਜਸਥਾਨ ਦੇ ਵਿੱਚ ਮੂੰਗਫਲੀ ਹੋ ਗਿਆ, ਤਾਂ ਮੂੰਗਫਲੀ ਹੁਣ ਉੱਧਰੋਂ ਕਿਤੇ ਹੋਰ ਜਾਣਗੇ। ਜੰਮੂ ਕਸ਼ਮੀਰ ਦੇ ਵਿੱਚ ਸੇਬ ਪੈਦਾ ਹੁੰਦਾ ਜ਼ਿਆਦਾ, ਤਾਂ ਜੰਮੂ ਕਸ਼ਮੀਰ ਤੋਂ ਦੂਸਰੇ ਸਟੇਟ ਦੇ ਵਿੱਚ ਜਿੱਥੇ ਸੇਬ ਨਹੀਂ ਪੈਦਾ ਕੀਤਾ ਜਾ ਸਕਦਾ ਗਾ, ਜਿੱਥੋਂ ਦਾ ਮਾਰੂਥਲ ਸੇਬ ਨੂੰ ਉਤਪਾਦਿਤ ਕਰਨ ਦੇ ਲਈ ਪਰਫੈਕਟ ਨਹੀਂ ਹੈਗਾ ਗਾ, ਤਾਂ ਉੱਥੇ ਹੁਣ ਸੇਬ ਦਾ ਜ਼ਰੂਰਤ ਹੈਗਾ ਹੀ ਹੈ ਬੰਦੇ ਨੂੰ, ਐਪਲ ਦੀ ਤਾਂ ਜ਼ਰੂਰਤ ਹੈਗੀ, ਉਹਨੇ ਤਾਂ ਖਾਣਾ ਹੀ ਹੈ, ਤਾਂ ਉਹਨੂੰ ਬਾਜ਼ਾਰ ਦੇ ਵਿੱਚ ਵੇਚਿਆ ਜਾਊਗਾ ਜਾਂ ਨਿਰਯਾਤ ਕੀਤਾ ਜਾਊਗਾ। ਠੀਕ ਹੈ ਜੀ। ਤੇ ਇੱਕ ਤਰੀਕੇ ਨਾਲ ਕੀ ਹੈ, ਇਹਦੇ ਨਾਲ ਖੇਤੀ ਦਾ ਵਿਕਾਸ ਹੋਊਗਾ। ਠੀਕ ਹੈ ਜੀ। ਦੂਰ ਤੱਕ ਸਮਾਨ ਵਿਕਣ ਲਈ ਜਾਣਗੇ। ਠੀਕ ਹੈ ਜੀ। ਅੱਗੇ ਕੀ ਹੈ? ਯਾਤਾਯਾਤ, ਟਰਾਂਸਪੋਰਟ, ਰੇਲਾਂ, ਮੋਟਰਾਂ, ਬੈਲ ਗੱਡੀਆਂ ਦੀ ਆਮਦਨ ਦਾ ਇੱਕ ਮੁੱਖ ਸਾਧਨ ਅਨਾਜ ਅਤੇ ਹੋਰਨਾਂ ਖੇਤੀ ਪਦਾਰਥਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣ ਤੋਂ ਪ੍ਰਾਪਤ ਹੁੰਦਾ ਹੈ। ਇੱਕ ਤਰੀਕੇ ਨਾਲ ਕੀ ਹੈ, ਇਹਦੇ ਨਾਲ ਟਰਾਂਸਪੋਰਟ, ਜਿੰਨੇ ਵੀ ਸਾਧਨ ਨੇ ਟਰਾਂਸਪੋਰਟ ਦੇ, ਰੇਲਾਂ, ਬੈਲ ਗੱਡੀਆਂ, ਮੋਟਰ, ਇਹ ਸਾਰੇ ਕੀ ਨੇ? ਇਹਨਾਂ ਦੀ ਜ਼ਰੂਰਤ ਪੈਂਦੀ ਹੈ। ਕਿਉਂ ਜ਼ਰੂਰਤ ਪੈਂਦੀ ਹੈ? ਕਿਉਂਕਿ ਆਪਾਂ ਨੇ ਕੀ ਕਰਨਾ? ਇੱਕ ਥਾਂ ਤੋਂ ਦੂਜੇ ਥਾਂ ਤੱਕ ਕੀ ਕਰਨਾ ਹੈ? ਵਪਾਰ ਕਰਨਾ ਜਾਂ ਵੇਚਣ ਲਈ ਲੈ ਕੇ ਜਾਣਾ ਗਾ। ਤਾਂ ਇੱਕ ਤਰੀਕੇ ਨਾਲ ਅਗਰ ਜੇ ਖੇਤੀ ਦਾ ਵਿਕਾਸ ਹੋਊਗਾ ਤਾਂ ਯਾਤਾਯਾਤ ਦਾ ਵੀ ਵਿਕਾਸ ਹੋਣਾ ਜ਼ਰੂਰੀ ਹੈ, ਇਹ ਵੀ ਮਿਲਣਾ ਚਾਹੀਦਾ ਗਾ। ਤਾਂ ਇੱਕ ਤਰੀਕੇ ਨਾਲ ਖੇਤੀ ਇਹਨਾਂ ਸਾਧਨਾਂ ਨੂੰ, ਟਰਾਂਸਪੋਰਟ ਨੂੰ ਕੀ ਮਿਲੂਗਾ? ਰੁਜ਼ਗਾਰ ਮਿਲੂਗਾ। ਜੋ ਇਹ ਬੈਲ ਗੱਡੀਆਂ, ਮੋਟਰ ਇਹ ਚਲਾਉਂਦੇ ਨੇ, ਉਹਨਾਂ ਨੂੰ ਕੀ ਮਿਲੂਗਾ? ਇੱਕ ਰੁਜ਼ਗਾਰ ਮਿਲੂਗਾ ਇੱਕ ਤਰੀਕੇ ਨਾਲ। ਠੀਕ ਹੈ ਜੀ। ਤਾਂ ਯਾਤਾਯਾਤ ਦੇ ਵਿਕਾਸ ਦੇ ਵਿੱਚ ਵੀ ਇਹਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਅੱਗੇ ਕੀ ਹੈ? ਸਰਕਾਰੀ ਆਮਦਨ। ਹੁਣ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਕੀ ਮਿਲਦੀ ਹੈ? ਆਮਦਨ ਮਿਲਦੀ ਹੈ ਖੇਤੀ ਖੇਤਰ ਤੋਂ। ਰਾਜ ਸਰਕਾਰਾਂ ਆਪਣੀਆਂ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀ ਤੋਂ ਪ੍ਰਾਪਤ ਕਰਦੀਆਂ ਹਨ। ਜਿਹੜੀ ਵੀ ਸਟੇਟ ਗੌਰਮੈਂਟ ਹੈ ਉਹ ਜ਼ਿਆਦਾਤਰ ਆਮਦਨ ਆਪਣੀ ਕਿੱਥੋਂ ਪ੍ਰਾਪਤ ਕਰਦੀ ਹੈ? ਖੇਤੀ ਸੈਕਟਰ ਤੋਂ ਪ੍ਰਾਪਤ ਕਰਦੀ ਹੈ। ਖੇਤੀ ਦੇ ਕਈ ਪ੍ਰਕਾਰ ਦੇ ਟੈਕਸ ਲਗਾਏ ਜਾਂਦੇ ਹਨ, ਜਿਵੇਂ ਕਿ ਮਾਲਗੁਜ਼ਾਰੀ, ਸਿੰਜਾਈ ਕਰ, ਖੇਤੀ ਆਮਦਨ ਕਰ ਆਦਿ। ਕੇਂਦਰੀ ਸਰਕਾਰ ਵੀ ਖੇਤੀ ਉਤਪਾਦਨ ਕਰ, ਨਿਰਯਾਤ ਕਰ ਆਦਿ ਤੋਂ ਕਾਫੀ ਆਮਦਨ ਪ੍ਰਾਪਤ ਕਰਦੀ ਹੈ। ਜੋ ਸਟੇਟ ਗੌਰਮੈਂਟ ਹੈ ਉਹਨੂੰ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਹ ਕਿਹੜੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ? ਲੈਂਡ ਰਿਵੈਨਿਊ ਦੇ ਰੂਪ ਵਿੱਚ, ਸਿੰਜਾਈ ਕਰ ਦੇ ਰੂਪ ਵਿੱਚ ਅਤੇ ਖੇਤੀ ਆਮਦਨ ਕਰ ਦੇ ਰੂਪ ਵਿੱਚ। ਔਰ ਜੋ ਸੈਂਟਰਲ ਗੌਰਮੈਂਟ ਹੈ ਉਹਨੂੰ ਕਿਵੇਂ ਪ੍ਰਾਪਤ ਹੁੰਦੀ ਹੈ ਆਮਦਨ? ਉਤਪਾਦਨ ਕਰ ਦੇ ਰੂਪ ਵਿੱਚ, ਖੇਤੀ ਉਤਪਾਦਨ ਕਰ ਦੇ ਰੂਪ ਵਿੱਚ ਅਤੇ ਨਿਰਯਾਤ ਕਰ। ਜੋ ਨਿਰਯਾਤ ਕਰੂਗੀ ਬਣਾ ਕੇ ਉਹਦੇ ਉੱਤੇ ਟੈਕਸ ਲਗਾਉਂਦੀ ਹੈ ਤਾਂ ਉਹ ਗੌਰਮੈਂਟ ਨੂੰ ਜਾਂਦਾ ਗਾ, ਸੈਂਟਰਲ ਗੌਰਮੈਂਟ ਨੂੰ ਜਾਂਦਾ ਗਾ। ਜਦੋਂ ਉਤਪਾਦਨ ਜੋ ਖੇਤੀ ਦਾ ਉਤਪਾਦਨ ਹੋਊਗਾ ਉਹਦੇ ਉੱਤੇ ਜੋ ਟੈਕਸ ਲੱਗੂਗਾ ਉਹ ਵੀ ਸੈਂਟਰਲ ਗੌਰਮੈਂਟ ਨੂੰ ਜਾਊਗਾ। ਠੀਕ ਹੈ ਜੀ। ਇੱਕ ਤਰੀਕੇ ਨਾਲ ਕੀ ਹੈ, ਸੈਂਟਰਲ ਗੌਰਮੈਂਟ ਔਰ ਸਟੇਟ ਗੌਰਮੈਂਟ ਨੂੰ ਆਮਦਨ ਮਿਲਣ ਦਾ ਇੱਕ ਸੋਰਸ ਕਿਹੜਾ ਹੈ? ਖੇਤੀ ਖੇਤਰ ਹੈ। ਠੀਕ ਹੈ ਜੀ।
10th ਪੁਆਇੰਟ ਕੀ ਹੈ, ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ, ਜੋ ਆਪਾਂ ਨੇ ਪੜ੍ਹਿਆ ਸੀਗਾ, ਪੂੰਜੀ ਦੇ ਵਿੱਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਸੀ, ਉਹਦੇ ਵਿੱਚ ਵੀ ਇਹਦਾ ਯੋਗਦਾਨ ਹੈ। ਸਾਡੇ ਦੇਸ਼ ਦੀ ਜ਼ਿਆਦਾਤਰ ਪੂੰਜੀ ਖੇਤੀ ਵਿੱਚ ਹੀ ਲੱਗੀ ਹੋਈ ਹੈ, ਕਿਉਂਕਿ ਜ਼ਿਆਦਾਤਰ ਲੋਕ ਖੇਤੀ 'ਤੇ ਡਿਪੈਂਡ ਨੇ, ਤਾਂ ਜ਼ਿਆਦਾਤਰ ਲੋਕ ਕਿੱਥੇ ਇਨਵੈਸਟ ਕਰਦੇ ਨੇ, ਖੇਤੀ ਦੇ ਵਿੱਚ ਹੀ, ਉਹਨੂੰ ਖਾਦ ਵਿੱਚ, ਸਿੰਜਾਈ ਦੇ ਵਿੱਚ, ਹੋਰ ਵਗੈਰਾ ਵਗੈਰਾ, ਜੋ ਬੈਲ ਗੱਡੀਆਂ, ਰੇਲ ਹੋਣੇ, ਟਰੈਕਟਰ ਵਗੈਰਾ ਨੇ, ਔਰ ਜੋ ਕਟਾਈ ਦੇ ਸਮੇਂ ਜੋ ਮਸ਼ੀਨਾਂ ਯੂਜ਼ ਹੁੰਦੀਆਂ ਨੇ, ਔਰ ਸਿੰਜਾਈ ਦੇ ਵੇਲੇ ਜੋ ਵੀ ਸਾਧਨ ਯੂਜ਼ ਕੀਤੇ ਜਾਂਦੇ ਨੇ, ਉਹਨਾਂ ਨੂੰ ਮੰਗਵਾਉਣ ਦੇ ਉੱਤੇ ਜ਼ਿਆਦਾ ਖਰਚਾ ਲੱਗਦਾ ਗਾ। ਤਾਂ ਇਹ ਪੂੰਜੀ ਦਾ ਜ਼ਿਆਦਾਤਰ ਭਾਗ ਕਿਹਦੇ ਉੱਤੇ ਲੱਗਿਆ ਹੋਇਆ, ਖੇਤੀ ਖੇਤਰ ਦੇ ਵਿੱਚ ਲੱਗਿਆ ਹੋਇਆ ਗਾ। ਸਥਾਈ ਪੂੰਜੀ ਦੀ ਦ੍ਰਿਸ਼ਟੀ ਤੋਂ ਖੇਤੀ ਦਾ ਦਰਜਾ ਦੇਸ਼ ਵਿੱਚ ਸਭ ਤੋਂ ਉੱਚਾ ਹੈ। ਅਗਰ ਦੇਖਿਆ ਜਾਵੇ ਤਾਂ ਖੇਤੀ ਦਾ ਜੋ ਦਰਜਾ ਹੈ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਹੈ। ਦੇਸ਼ ਦੀ ਕਰੋੜਾਂ ਰੁਪਏ ਦੀ ਪੂੰਜੀ ਸਿੰਜਾਈ ਦੇ ਸਾਧਨ, ਪਸ਼ੂ ਧਨ, ਔਜ਼ਾਰ, ਟਰੈਕਟਰਾਂ ਦੇ ਵਿੱਚ ਲੱਗੀ ਹੋਈ ਹੈ, ਇਹਨਾਂ ਦੇ ਉੱਤੇ ਲੱਗੀ ਹੋਈ ਆ। ਠੀਕ ਹੈ ਜੀ। ਇਸ ਤਰ੍ਹਾਂ ਉੱਪਰਲੇ ਵਿਵਰਣ ਤੋਂ ਸਿੱਧ ਹੁੰਦਾ ਹੈ ਕਿ ਕਿਸਾਨਾਂ ਦੀ ਖੁਸ਼ਹਾਲੀ ਭਾਰਤ ਦੀ ਖੁਸ਼ਹਾਲੀ ਹੈ। ਅਗਰ ਜੇ ਕਿਸਾਨ ਖੁਸ਼ਹਾਲ ਨੇ ਤਾਂ ਭਾਰਤ ਵੀ ਖੁਸ਼ਹਾਲ ਹੈ। ਆਰਥਿਕ ਨਿਯੋਜਨ ਦੀ ਸਫਲਤਾ ਲਈ ਵੀ ਖੇਤੀ ਦੇ ਵਿਕਾਸ ਦਾ ਬਹੁਤ, ਆਰਥਿਕ ਨਿਯੋਜਨ ਮਤਲਬ ਜੋ ਵੀ ਆਰਥਿਕ ਆਪਾਂ ਇੱਕ ਬਣਾਉਂਦੇ ਹੁੰਦੇ ਹਾਂ, ਨੀਤੀ ਬਣਾਉਂਦੇ ਹੁੰਦੇ ਹਾਂ, ਉਹਦੇ ਵਿੱਚ ਵੀ ਖੇਤੀ ਦਾ ਵਿਕਾਸ ਹੈ। ਇੱਥੇ ਆਪਾਂ ਨੇ ਪੜ੍ਹ ਲਿਆ ਕਿ ਖੇਤੀ ਕੀ ਹੁੰਦੀ ਆ। ਖੇਤੀ ਲੈਟਿਨ ਭਾਸ਼ਾ ਦੇ 2 ਸ਼ਬਦ ਤੋਂ ਬਣੀ ਹੈ, ਐਗਰੀ ਅਤੇ ਕਲਚਰ, ਉਹਦਾ ਮਤਲਬ ਖੇਤੀ ਅਤੇ ਖੇਤ। ਠੀਕ ਹੈ ਜੀ। ਔਰ ਇੱਥੇ ਆਪਾਂ ਨੇ ਪੜ੍ਹ ਲਿਆ ਕਿ ਉਹਦੀ ਇੰਪੋਰਟੈਂਸ ਕੀ ਨੇ ਖੇਤੀ ਦੇ। ਇੱਥੇ ਆਪਾਂ ਨੇ 10 ਪੁਆਇੰਟ ਪੜ੍ਹੇ ਨੇ, ਜਿੱਥੇ ਆਪਾਂ ਨੇ ਖੇਤੀ ਦੇ ਇੰਪੋਰਟੈਂਸ ਬਾਰੇ ਪੜ੍ਹਿਆ ਗਾ। ਠੀਕ ਹੈ ਜੀ। ਉਹ ਸਿਰਫ ਮੈਂ ਹੁਣ ਜਲਦੀ ਉਹਨਾਂ ਦੇ ਨਾਮ ਬੋਲ ਦਿੰਦੀ ਹੈ। ਸਭ ਤੋਂ ਪਹਿਲੇ ਕੀ ਹੈ, ਕੰਟਰੀਬਿਊਸ਼ਨ ਇਨ ਨੈਸ਼ਨਲ ਇਨਕਮ, ਸੈਕੰਡ ਸੋਰਸ ਆਫ ਫੂਡ ਸਪਲਾਈ, ਥਰਡ ਐਗਰੀਕਲਚਰ ਐਂਡ ਇੰਪਲੋਇਮੈਂਟ, फोर्थ एग्रीकल्चर इंडस्ट्री एंड फिफ्थ जीव निर्वाह का साधन सोर्स ऑफ लाइवलीहुड, सिक्स्थ एग्रीकल्चर एंड फॉरेन ट्रेड, सैवंथ इंटरनल ट्रेड, एट्थ ट्रांसपोर्ट, नाइन्थ गवर्नमेंट इनकम, 10th कैपिटल फॉर्मेशन। ठीक है जी, इत्थे ही तक अपनी वीडियो जो हैगी है वो खत्म होंदी है। नैक्सट वीडियो दे विच आपां पढ़ांगे कि भारतीय खेतीबाड़ी लई मुख समस्यावां किहड़ियां ने। ठीक है जी, किवें खेतीबाड़ी दे लई खेती दे विकास दे विच की रुकावटां आंदियां ने इहदे विकास दे विच। ठीक है जी, वो सारियां पढ़ांगे। ठीक है, जिहदी समस्यावां बारे पढ़ांगे इस वीडियो दे विच आपां इन्ना ही। थैंक यू फॉर वॉचिंग माई वीडियो।